श्री हरि राय नमो कर जोरी नमो कर जोरी। श्री हरि कृष्ण मनाय बहोरी। तेग बहादुर परम कृपाला परम कृपाला। श्री गुरु गोबिंद सिंह विशाला। धरो धरा पर पुन पुन सीसा पुन पुन सीसा। बंदो बार बार जगदीशा। जिसमें अमृत ज्ञान है मानक भगत विराग। श्री गुरु ग्रंथ साहिब उदद बंदो कर अनुराग। श्री गुरु शब्द कमाए जना जीते पंच विकार। तिन संतन को बंदना सिर चरणन परतार। एक ओंकार सतगुरु ते प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। सतनाम श्री वाहिगुरु साहिब जी। दोहरा सुन श्री अर्जन के बचन बुढ़ा आद जे दास। युत श्री हर गोबिंद के बंद चरण सुख रास। सुन श्री अर्जन के बचन बुढ़ा आद जे दास। युत श्री हर गोबिंद के बंद चरण सुख रास। सुन श्री अर्जन के बचन। वाहिगुरु जी का खालसा वाहिगुरु जी की फतेह। पतित पावन करना निधान अंतर्जामी सतगुरु धन गुरु श्री गुरु ग्रंथ साहिब महाराज जी की पवित्र गोद खालसे दी माता माता साहिब कौर जी ते प्यार ते असीसां लैण लई ਐਤਵਾਰ ਦੇ ਸਮਾਗਮਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਆਪ ਜੀ ਸ਼ਾਮਾਂ ਦੇ ਸਜੇ ਦੀਵਾਨਾਂ ਵਿੱਚ ਜਿੱਥੇ ਹਾਜ਼ਰੀਆਂ ਭਰ ਰਹੇ ਹੋ ਉੱਥੇ ਪ੍ਰਭੂ ਕਾ ਸਿਮਰਨ ਸਭ ਤੇ ਉੱਚਾ। ਪ੍ਰਭੂ ਕਾ ਸਿਮਰਨ ਉਧਰੇ ਮੂਚਾ। ਪ੍ਰਭੂ ਕਾ ਸਿਮਰਨ ਤ੍ਰਿਸ਼ਨਾ ਬੂਝੈ। ਪ੍ਰਭੂ ਦਾ ਸਿਮਰਨ ਆਪ ਜਾਪ ਜਪਣ ਵਾਸਤੇ ਜੁੜ ਬੈਠੇ ਸੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅੰਤ ਬਖਸ਼ਿਸ਼। ਮਾਤਾ ਜੀ ਦੀਆਂ ਅਸੀਸਾਂ ਮਹਾਂਪੁਰਖਾਂ ਦੀ ਇਹ ਘਾਲਣਾ ਹੈ ਕਿ ਸਾਨੂੰ ਜਿਹਨੂੰ ਗੁਰਬਾਣੀ ਨੇ ਕਿਹਾ ਹਮ ਅੰਧਲੇ ਗਿਆਨਹੀਨ ਅਗਿਆਨੀ। ਅੰਧਲੇ ਹਾਂ ਗਿਆਨ ਤੋਂ ਹੀਨੇ ਹਾਂ। ਦੁਨਿਆਵੀ ਗਿਆਨ ਤੇ ਸਭਨਾਂ ਨੂੰ ਬੜਾ। ਐਸੀ ਕੋਈ ਗੱਲ ਨਹੀਂ। ਦੁਨਿਆਵੀ ਗਿਆਨ ਪਸ਼ੂ ਪੰਛੀਆਂ ਵਿੱਚ ਵੀ ਬੇਅੰਤ ਵੇਖਿਆ ਜਾਂਦਾ। ਬੜੇ ਸੁਹਾਣੇ ਸਿਆਣੇ ਪਸ਼ੂ ਪੰਛੀ ਨੇ। ਲੰਬੀ ਸੁੰਘਣ ਸ਼ਕਤੀ ਉਹਨਾਂ ਦੀ, ਲੰਬੀ ਨਿਗਾਹ ਉਹਨਾਂ ਦੀ। ਪਰ ਸਿਮਰਨ
ਪ੍ਰਭੂ ਦੇ ਪਾਸਿਓਂ ਜੇ ਇਹ ਕੁਝ ਨਹੀਂ ਮਿਲਿਆ, ਦੁਨੀਆ ਦਾ ਗਿਆਨ ਅਗਿਆਨੀ ਹੀ ਬਣਾਵੇਗਾ। ਦੁਨੀਆ ਦਾ ਵਿਗਿਆਨ ਗਿਆਨ ਸੰਸਾਰ ਦੀ ਇਹ ਸਿਆਣਪ ਮਨੁੱਖ ਨੂੰ ਅੰਧਾ ਹੀ ਬਣਾਏਗੀ। ਹਜ਼ੂਰ ਜੀ ਕਹਿੰਦੇ ਨੇ, ਮਹਾਰਾਜ ਹਮ ਅੰਧਲੇ ਅੰਧ ਬਿਖਰ ਬਿਖਰਾਤੇ, ਸੀ ਅੰਧਲੇ ਹਾਂ, ਐਸੇ ਵਿੱਚ ਹੀ ਰਤੇ ਗਏ ਹਾਂ। ਸੋਵੇ ਮਹਾਂਪੁਰਖਾਂ ਦੀ ਘਾਲਣਾ ਹੈ, ਮਾਤਾ ਜੀ ਦੀਆਂ ਸੀਸਾਂ ਨੇ। ਕਿਤੇ ਸਾਨੂੰ ਮਾਰਗ ਪ੍ਰਭੂ ਦਾ ਦਿਸ ਪਵੇ। ਇਹ ਮਾਰਗ ਤੇ ਚੱਲਣ ਦਾ ਰਸਤਾ ਹੈ ਪ੍ਰਭੂ ਸਿਮਰਨ। ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਹਰ ਐਤਵਾਰ ਤੇ ਐਤਵਾਰ 4 ਤੋਂ 5 ਵਜੇ ਤੀਕਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਸਿਮਰਨ ਹੁੰਦਾ ਹੈ। ਆਪ ਜੀ ਸਿਮਰਨ ਦੀਆਂ ਹਾਜ਼ਰੀਆਂ ਭਰਦੇ ਹੋ। ਇੰਨੇ ਕੁ % ਹੁੰਦੇ ਨੇ ਜਿੰਨੇ ਕੁ ਆਪ ਜੀ ਜੁੜ ਬੈਠਦੇ ਹੋ। ਆਖਣ ਔਖਾ ਸੱਚਾ ਨਾਮ, ਇਹ ਨਾਮ ਔਖਾ ਮਹਾਰਾਜ ਕਹਿੰਦੇ। ਇਹ ਵਿਰਲੇ ਨੇ ਜਗ ਮੋਤਮ ਕਾਢੀ ਹੈ, ਵਿਰਲੇ ਕਈ ਇਹਦੇ ਵਿਰਲੇ ਨੇ। ਹਾਂ, ਲੰਗਰ ਵਿੱਚ ਤੇ ਇਕੱਠ ਬਹੁਤ ਹੁੰਦਾ, ਕਿਉਂਕਿ ਢਿੱਡ ਸਭਨਾਂ ਨੂੰ ਲੱਗਾ, ਭੁੱਖ ਲੱਗਦੀ ਆ। ਬੱਚੇ ਬਜ਼ੁਰਗ ਸਿਆਣਾ ਪੜ੍ਹਿਆ ਅਨਪੜ੍ਹ ਪਾਗਲ, ਪਾਗਲ ਨੂੰ ਵੀ ਭੁੱਖ ਲੱਗਦੀ ਪ੍ਰਸ਼ਾਦੇ ਵੱਲ, ਉਹ ਵੀ ਦੌੜ ਜਾਂਦਾ। ਭਾਵੇਂ ਉਹਨੂੰ ਕੱਪੜਿਆਂ ਬਾਰੇ ਤੇ ਗਿਆਨ ਨਹੀਂ ਵੀ ਮੈਂ ਕੱਪੜੇ ਪਾਏ ਨੇ ਜਾਂ ਨਹੀਂ ਪਾਏ, ਮੈਂ ਕਿਸ ਜਗ੍ਹਾ ਤੇ ਬੈਠਾ ਇਹਨਾਂ ਤੇ ਗਿਆਨ ਨਹੀਂ ਗਾ, ਪਰ ਉਹਨੂੰ ਭੁੱਖ ਦਾ ਗਿਆਨ ਜ਼ਰੂਰ ਹੈ। ਉਹ ਮੰਗ ਕੇ ਜ਼ਰੂਰ ਖਾਂਦਾ ਹੈ ਪਾਗਲ। ਭੁੱਖ ਪਸ਼ੂ ਪੰਛੀਆਂ ਨੂੰ ਵੀ ਭੋਜਨ ਤਰਫ ਖਿੱਚ ਲਿਆਉਂਦੀ ਹੈ, ਪਾਗਲਾਂ ਨੂੰ ਵੀ ਖਿੱਚ ਲਿਆਉਂਦੀ। ਸਿਆਣੇ ਤੇ ਜਾਂਦੇ ਹੀ ਜਾਂਦੇ ਨੇ। ਜਿਵੇਂ ਭੁੱਖ ਸਭਨਾਂ ਨੂੰ ਖਿੱਚ ਕੇ ਭੋਜਨ ਪਾਸ ਲੈ ਆਉਂਦੀ ਹੈ, ਇਸ ਤਰ੍ਹਾਂ ਜਿਨ੍ਹਾਂ ਨੂੰ ਆਤਮਿਕ ਨਾਮ ਦੀ ਭੁੱਖ ਲੱਗਦੀ, ਉਹ ਵਿਰਲੇ ਨੇ ਵਿਚਾਰੇ, ਉਹਨਾਂ ਨੂੰ ਵੀ ਖਿੱਚ ਪੈਂਦੀ ਹੈ। ਤੇ ਉਹ ਇਹ ਸ਼ਬਦ ਨੇ ਵੀ ਆਖਾਂ ਜੀਵਾਂ ਵਿਸਰਿਆ ਮਰ ਜਾਓ। ਆਸਾ ਹੀ ਰਾਗ ਗੁਰੂ ਨਾਨਕ ਸਾਹਿਬ ਜੀ ਦਾ। ਇੱਕ ਪਾਸੇ ਤੇ ਸਭ ਕਹਿੰਦੇ ਨੇ ਆਖਣ ਔਖਾ ਸੱਚਾ ਨਾ ਹੋਵੇ, ਇੱਕ ਪਾਸੇ ਕਹਿੰਦੇ ਨੇ ਆਤਮਾ ਨੂੰ ਭੁੱਖ ਹੀ ਨਹੀਂ ਲੱਗਦੀ ਵੀ ਬਿਨਾਂ ਆਖਣ ਤੋਂ, ਜਿਵੇਂ ਪ੍ਰਸ਼ਾਦੇ ਤੋਂ ਬਿਨਾਂ ਮਨੁੱਖ ਦੀ ਮੌਤ ਹੈ, ਨਾਮ ਤੋਂ ਬਿਨਾਂ ਮੌਤ ਹੈ। ਪਰ ਇਹ ਬਲੀ ਆਤਮਾ, ਨਾਮ ਸਿਮਰਨ ਵਾਲੀ ਰੂਹ ਦੀ ਆਤਮਾ ਇਸ ਚੀਜ਼ ਨੂੰ ਪੁਕਾਰ ਕਰੇਗੀ, ਬਾਕੀਆਂ ਦਾ ਢਿੱਡ ਹੀ ਪੁਕਾਰ ਕਰਦਾ। ਇੰਨੇ ਕੀ % ਨੇ ਜਿਹੜੇ ਮਹਾਰਾਜ ਦੇ ਸਿਮਰਨ ਨਾਲ ਜੁੜਦੇ ਨੇ। ਨਿਗਾਹ ਜਿੱਥੇ ਮਰਜ਼ੀ ਮਾਰ ਲਿਓ, ਬਾਕੀ ਭੀੜਾਂ ਤੇ ਬਹੁਤ ਹੋਣਗੀਆਂ, ਪਰ ਪਰਮੇਸ਼ਰ ਦੇ ਨਾਮ ਵਿੱਚ ਕਦੀ ਭੀੜ ਨਹੀਂ ਜੀ ਹੁੰਦੀ ਨਾ। ਭਗਤ ਕਬੀਰ ਸਾਹਿਬ ਜੀ ਤਾਂ ਕਹਿੰਦੇ, ਕਬੀਰ ਜਿਹ ਮਾਰਗ ਪੰਡਤ ਗਏ, ਪਾਛੈ ਪਰੀ ਬਹੀਰ, ਇੱਕ ਔਕਟ ਕਾਂਟੀ ਰਾਮ ਕੀ, ਤੇ ਚੜ ਰਹੇ ਹੋ ਕਬੀਰ। ਭਗਤ ਜੀ ਕਹਿੰਦੇ, ਜਿੱਥੇ ਪੰਡਤ ਹੱਥ ਵੇਖਣ ਵਾਲੇ, ਸਿਆਣਪ ਦੀਆਂ ਗੱਲਾਂ ਕਰਨ ਵਾਲੇ ਜਿੱਥੇ ਗਏ, ਲੋਕਾਂ ਦੀ ਬੜੀ ਭੀੜ ਸੀ ਉਹਨਾਂ ਮਗਰ, ਪਖੰਡ ਮਗਰ ਬੜੀ ਭੀੜ ਸੀ। ਕਹਿੰਦੇ ਜਦੋਂ ਪ੍ਰਭੂ ਭਗਤੀ ਦੀ ਗੱਲ ਆਈ ਤੇ ਮੈਂ ਇਕੱਲਾ ਹੀ ਰਹਿ ਗਿਆ, ਕਾਂਛੀ ਜੋ ਦੂਜਾ ਮੇਰੇ ਨਾਲ ਤੁਰਿਆ ਹੀ ਕੋਈ ਨਹੀਂ ਗਾ। ਬਾਹਮਣਾ ਮਗਰ, ਪਖੰਡ ਮਗਰ, ਝੂਠ ਮਗਰ, ਤੇ ਲੈਣਾ ਬੜੀਆਂ ਲੰਬੀਆਂ ਨੇ। ਤੇ ਕਹਿੰਦੇ ਇੱਕ ਔਕਟ ਕਾਂਟੀ ਰਾਮ ਕੀ, ਤੇ ਚੜ ਰਹੇ ਹੋ ਕਬੀਰ। ਇੱਕ ਭਗਤੀ ਦੀ ਘਾਟੀ ਇੰਨੀ ਔਖੀ ਸੀ, ਉੱਥੇ ਕਬੀਰ ਵਿਚਾਰਾ ਇਕੱਲਾ ਹੀ ਦਿਸਿਆ, ਕੋਈ ਦੂਜਾ ਨਜ਼ਰ ਨਹੀਂ ਪਿਆ। ਇਹ ਮਾਰਗ ਸੱਜਣੋ ਇਹੋ ਜਿਹਾ ਹੀ ਆ। ਇੱਥੇ ਤੇ ਥੋੜ੍ਹੇ ਹੀ ਹੁੰਦੇ ਨੇ, ਇਹ ਬਹੁਤਿਆਂ ਦਾ ਮਾਰਗ ਨਹੀਂ, ਗਿਣਤੀ ਨਾਲ ਹੀ ਗਿਣੇ ਜਾਂਦੇ ਨੇ ਪੋਟਿਆਂ ਤੇ। ਧੰਨਵਾਦ। ਜੇ ਕਾਬ ਜੀ ਗਿਣਤੀ ਲਿਖਾਉਂਦੇ, ਇਹ ਬੜੇ ਸਾੜਾ ਪੈਂਦਾ ਲੋਕਾਂ ਨੂੰ। ਇਹ ਕਦੇ ਮਾਲਾ ਸਾੜਾ ਦਿੰਦੀ ਹੈ ਵੀ ਮਾਲਾ ਕਿਉਂ ਫਟਦੇ ਨੇ।
गुरबाणी ने भगत कबीर साहब ने किया, भूखा भगत न कीजै ये माला अपने ले। भगत सारे ही माला तो शुरू होंगे ने। बच्चा हरेक वाकर तो ही जिंदगी की शुरुआत करता है। वाकर तो ही तुरना सीखता है, जब मंजे दे नाल तुर के ही तुरना सीखता है। कोई दुनिया का ऐसा बच्चा नहीं गा जिहड़ा कहे जंबिया तो मैं भज पिया, ते कोई अजिहा बच्चा भी नहीं पैदा होया जिहड़ा ये कहे मैं उड़ा एड़ा ABC सीखी नहीं, सीधा 10वीं के पेपर दे रहा। नहीं, ये ठीक है, कैंता ते ABC छड़ दिती जाती है जदों पढ़ जाता है। ये ठीक है, माला भी उदों पिछे रह जाती है जदों सिमरन सवासां विच वस जाता है। फिर उन्होंने बोलन की थोड़ा लोड़ पैंदी है, उन्हें जपन की थोड़ा लोड़ पैंदी है। फिर दो तो सुतियां भी जागदियां भी जपदा रहिंदा, उत्थे माला फतेह हुंदी है। पर फिर भी सानू समझाउण लई कई वारी माला फड़ दिंदे। गिनती की गल मैं बेनती करां, मनुख की जेब विच पैसे हुंदे ने, हिसाब किसी नूं नहीं देना हुंदा, पर जदों बाजार जांदा ते गिन के पाउंदा अपनी जेब विच पैसे। बाजारों जदों ला के घरे आउंदा ते बह के गिनती करदा, अपनी जेब दे पैसे आपे ला के आया, आपे गिनती करदा। करदे ना आपां सारे गिनती भी अज किन्ने ला के आए, किसी नूं विखाउणा थोड़ा हुंदा। इनदा ख्याल अपने विच रखना हुंदा। ये माला की गिनती जिहड़ी है किसी नूं विखाउण लई नहीं हुंदी, इहदे पापी मन नूं विखाउण लई हुंदी भी मना तूं जप लिया कर इन्ना। ये रब नूं विखाउण लई, किहड़ा बंदा रब नूं कहंदा भी मैं अज माला फेरियां भी तेरा मैं तेरे सिर सहन कीता। ना ना, ये पापी मन लई है। भी जिवें आप आपदे अपने आप दे वास्ते ही पैसे गिनदे आ ना, ये भी माला अपने मन वास्ते ने। पापी नहीं जपदा। लै तुसी वेख लो, माला छड्ड के इहने जपना ही नहीं गा, इहदे नाल थोड़ा जिहा धक्के नाल तुरिया रहिंदा, बहुत पापी है ना। खैर आओ आप इतिहास नाल जुड़ीए। धन गुरु अर्जन देव गिरी बनवास सच्चे पातशाह जी का पावन इतिहास रागमई प्रसंग ने। सतगुरु जी जदों घरे आए, हजूर ने साडे माता गंगा जी नूं दसिया, गंगा जी चले जाना है। ते गंगा जी दी अखां च नीर सी। हजूर ने जदों क्या भी पुत जवान है, तो माता गंगा जी कहन लगे पति जी बहुत छोटे ने अजे गुरु हरगोबिंद साहब, 11 साल की उम्र है। व्यारी ते बड़ा यत्न करते रहे जदों दा जन्म होया इन्हां नूं खत्म करन लई, ते तुहाडे तो बगैर कौन आसरा। पातशाह गुरु अर्जन साहब कहंदे गुरु नानक साहब महाराज तुम रुखवाला सदा सदा हाँ तुद ते आई। गंगा जी परवाह ना करो, फिक्र ते चिंता ना करो, गुरु नानक साहब सदा ही तुहाडे सिर ते ने। जिथों तिकर पुत्र की गल है, पुत्र दा तेज प्रताप गुरु नानक साहब की कृपा दे नाल बहुत होवेगा, बहुत। गरीब नवाज महाराज जी ने फिर मेहर दी निगाह मारी ते मोह भरम जिन्हों कहने हैं ना भी आप बटन छड्डीए ते लाइट जाग के रोशनी हो जाती है ना। बैठे उसे कमरे विच हुन्ने आ पर उत्थे अंधकार हुंदा है, हनेरा दींदा कुछ नहीं। एक लाइट दा स्विच ऑन करन दी लोड़ है, लाइटां जग पैंदियां ने, सब कुछ दिसदा है। बस मेरा मालिक इस तरह ही नज़र दी जदों मेहर दी नज़र करदा है ना, प्राप्तियां भी हुंदियां ने, बहुत कुछ दिंदा है। हजूर ने मेहर दी निगाह मारी, माया दा भरम जाल मोह सतगुरु ने पासे करके ब्रह्म ज्ञान दी अवस्था जिहड़ी है वो साडे माता जी दे हिरदे प्रगट कर दी। ते हाथ जोड़ के माता जी फिर कहन लगे पति जी तुहाडा जो बचने अटल है, जो फुरना अटल है, जो कुछ करन जा रहे हो तुसी ठीक है। अज दस्या ना परमेश्वर नाल है, कोई फर्क नहीं है। सतगुरु गरीब नवाज फिर दरबार साहब रात सुते, दरबार साहब अमृत वेले आए।
ਬੜੇ ਅਦਬ ਨਾਲ ਇੱਥੇ ਮੱਥਾ ਟੇਕਿਆ। ਬੜੇ ਟਿਕਾਓ ਨਾਲ ਗੁਰੂ ਰਾਮਦਾਸ ਜੀ ਦੇ ਦਰ ਤੇ ਪਿਤਾ ਗੁਰਦੇਵ ਜੀ ਦਾ ਸਥਾਨ, ਬੜੇ ਟਿਕਾਓ ਨਾਲ ਅਰਦਾਸ ਕੀਤੀ, ਕਿਉਂਕਿ ਅੱਜ ਤੋਂ ਬਾਅਦ ਮੁੜ ਕੇ ਇੱਥੇ ਨਾ ਅਰਦਾਸ ਹੋਣੀ ਹੈ, ਨਾ ਮੇਰੇ ਗਰੀਬ ਨਵਾਜ ਨੇ ਇਸ ਪਾਵਨ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ ਨੇ, ਨਾ ਮੇਰੇ ਦਾਤਾਰ ਨੇ ਮੁੜ ਕੇ ਆ ਕੇ ਇੱਥੇ ਸੀਸ ਰੱਖਣਾ ਹੈ। ਬੜੀ ਭਾਵਨਾ ਨਾਲ ਪੰਜ ਸਿੱਖ ਭਾਈ ਜੇਠਾ, ਭਾਈ ਵਿਦਿਆ, ਭਾਈ ਪ੍ਰਾਣਾ, ਭਾਈ ਪੈੜਾ ਤੇ ਭਾਈ ਲੰਗਾ ਨਾਲ ਨੇ। ਹਜ਼ੂਰ ਨੇ ਹੁਕਮ ਕੀਤਾ ਨਾਲ ਲਾਹੌਰ ਨੂੰ ਜਾਣਾ। ਸਾਰੀਆਂ ਸੰਗਤਾਂ ਛੱਡਣ ਵਾਸਤੇ ਬਾਹਰ ਆਈਆਂ ਨੇ। ਭਾਈ ਗੁਰਦਾਸ ਸਾਹਿਬ ਜੀ, ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਹਿਬ ਨੇ ਸੰਗਤ ਨੂੰ ਕਿਹਾ, ਸਾਡੇ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਵਿੱਚ ਕੋਈ ਫਰਕ ਨਹੀਂ ਸਮਝਣਾ। ਸਭਨਾ ਦਾਤਾਂ ਦੇ ਮਾਲਕ ਨੇ ਔਰ ਗੁਰੂ ਨਾਨਕ ਦੀ ਜੋ ਸਮਝ ਕੇ ਚੁੱਕਣਾ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਨੇ ਬਚਨ ਕੀਤੇ, ਗੁਰੂ ਨਾਨਕ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਮਰਿਆਦਾ ਸੇਵਾ ਸਿਮਰਨ ਦੀ ਚਲਾਈ ਹੈ, ਉਹਨੂੰ ਸਦਾ ਹੀ ਰੱਖਣਾ। ਮੁੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ, ਖਾਸ ਹਦਾਇਤ ਹੈ, ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਵਿੱਚ ਰਹਿਣਾ। ਇਹ ਸ਼ਬਦ ਗੁਰੂ ਲਈ ਵਰਤ ਰਹੇ ਹਨ। ਗੁਰੂ ਕਦੀ ਸਿੱਖ ਦੀ ਆਗਿਆ ਵਿੱਚ ਨਹੀਂ ਰਹਿੰਦੇ, ਪਰ ਇੱਕ ਥਾਂ ਤੇ ਗੁਰਬਾਣੀ 'ਚ ਗੁਰੂ ਨੇ ਬਚਨ ਕੀਤੇ ਸਨ, ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨ ਛੁਟੈ ਮੋਹ। ਮੇਰੀ ਬੰਨੀ ਹੋਈ ਨੂੰ ਭਗਤ ਛਡਾ ਸਕਦੇ ਨੇ, ਕੋਈ ਸ਼ੱਕ ਨਹੀਂ ਗਾ, ਪਰ ਭਗਤ ਬਚਨ ਕਹਿ ਦੇਣ ਮੈਂ ਮੋੜ ਨਹੀਂ ਸਕਦਾ। ਉੱਥੇ ਮੈਂ ਆਪਣੇ ਬਚਨਾਂ ਨੂੰ ਥੱਲੇ ਕਰਦਾ, ਆਪਣੇ ਭਗਤ ਨੂੰ ਉੱਚਾ ਰੱਖਦਾ। ਤੇ ਜੇ ਗੁਰੂ ਆਪਣੇ ਭਗਤ ਨੂੰ ਆਪਣੇ ਤੋਂ ਉੱਚਾ ਰੱਖਦਾ ਹੈ, ਤੇ ਧੰਨ ਬਾਬਾ ਬੁੱਢਾ ਸਾਹਿਬ ਕਿੰਨੇ ਕੁ ਉੱਚੇ ਹੋਣਗੇ, ਜਿਨ੍ਹਾਂ ਦੇ ਵਾਸਤੇ ਗੁਰੂ ਅਰਜਨ ਦੇਵ ਪਿਤਾ ਜੀ ਆਪਣੇ ਸਪੁੱਤਰ ਛੇਵੇਂ ਪਾਤਸ਼ਾਹ ਮਹਾਰਾਜ, ਪੰਜ ਪਿਆਲੇ ਪੰਜ ਪੀ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਐਸੇ ਦਾਤਾਰ ਦਾਤ ਇਹਨੂੰ ਕਹਿ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਦੀ ਸਦਾ ਆਗਿਆ ਵਿੱਚ ਰਹਿਣਾ ਹੈ। ਨਾਲ ਹੀ ਕਿਹਾ, ਕਦੇ ਵੀ ਇਹਨਾਂ ਦੇ ਸਾਹਮਣੇ ਨਹੀਂ ਬੋਲਣਾ। ਵੇਖੋ, ਇਹ ਧੀਆਂ ਨੂੰ ਮਾਂ ਪਿਓ ਇੱਕ ਉਪਦੇਸ਼ ਦਿੰਦਾ ਹੁੰਦਾ, ਤੇ ਇਹ ਪਤੀ ਦੇ ਸਾਹਮਣੇ ਨਹੀਂ ਬੋਲਣਾ। ਮੈਂ ਕਹਿੰਦਾ ਧੰਨ ਗੁਰੂ ਅਰਜਨ ਸਾਹਿਬ ਜੀ, ਕਿੰਨਾ ਸਤਿਕਾਰ ਹੋਵੇਗਾ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਇਸ ਗੁਰੂ ਨਾਨਕ ਦੇ ਘਰ ਵਿੱਚ। ਤੇ ਛੇਵੇਂ ਪਾਤਸ਼ਾਹ ਨੂੰ ਬਕਾਇਦਾ ਅਖੀਰਲੇ ਸਮੇਂ ਹਦਾਇਤ ਆਗਿਆ ਵਿੱਚ ਰਹਿਣਾ ਹੈ, ਤੇ ਕਦੀ ਬਾਬੇ ਬੁੱਢੇ ਦੇ ਸਨਮੁਖ ਨਹੀਂ ਬੋਲਣਾ। ਜੇ ਗੁਰੂ ਹਰਗੋਬਿੰਦ ਸਾਹਿਬ ਲਈ ਹਦਾਇਤ ਹੈ, ਸਾਡੇ ਲਈ ਕਿੰਨਾ ਕੁ ਹੋਰ ਸਤਿਕਾਰ ਚਾਹੀਦਾ ਵੀ ਅਸੀਂ ਬਾਬਾ ਜੀ ਦਾ ਕਿੰਨਾ ਕੁ ਕਰੀਏ। ਸੋ ਆਓ ਅੱਗੇ ਇਤਿਹਾਸ ਦੇ ਪੰਨਿਆਂ ਨਾਲ ਜੁੜਦੇ ਹਾਂ। ਅਸੀਸ ਪ੍ਰਦਾਨ ਕਰਿਓ, ਕੁਝ ਕਹਿਣ ਦੀ ਆਗਿਆ ਬਖਸ਼ਿਓ। ਆਪ ਜੀ ਦੇ ਸਮੂਹ ਚਰਨਾਂ ਤੇ ਸੀਸ ਰੱਖ ਕੇ ਬੇਨਤੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਾਤਾ ਜੀ, ਆਪ ਜੀ ਮਹਾਂਪੁਰਖਾਂ ਨੇ ਦਇਆ ਦਿਆਲਤਾ ਕਰਨੀ ਜੀ। ਹਾਂਜੀ, ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਨ ਸ਼੍ਰੀ ਅਰਜਨ ਕੇ ਬਚਨ, ਬੁੱਢਾ ਆਦ ਜੇ ਦਾਸ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਤੋਂ ਬਾਹਰ ਨੇ। ਸੰਗਤਾਂ ਨੂੰ ਪਿੱਛੇ ਮੁੜਨ ਵਾਸਤੇ ਉੱਥੇ ਰੁਕ ਕੇ ਉਪਦੇਸ਼ ਦੇ ਰਹੇ ਨੇ ਵੀ ਅਸੀਂ ਹੁਣ ਲਾਹੌਰ ਨੂੰ ਜਾਣਾ ਹੈ, ਤੁਸੀਂ ਅੰਮ੍ਰਿਤਸਰ ਸਾਹਿਬ ਨੂੰ ਜਾਓ। ਕਹਿਣ ਲੱਗੇ, ਗੁਰੂ ਅਰਜਨ ਸਾਹਿਬ ਜੀ ਦੇ ਬਚਨ ਸੁਣ ਕੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਤੇ ਸਤਿਕਾਰਯੋਗ ਭਾਈ ਗੁਰਦਾਸ ਸਾਹਿਬ ਜੀਓ, ਯੁਤ ਸ਼੍ਰੀ ਹਰਗੋਬਿੰਦ ਕੇ ਬੰਦ ਚਰਨ ਸੁਖ ਰਾਸ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਭਨਾਂ ਨੇ ਚਰਨ ਪਰਸਿਆ ਨਮਸਕਾਰ ਕੀਤੀ ਹੈ। ਚੌਪਈ ਬਾਰ ਬਾਰ ਕਰ ਬਿਨੈ ਕਨੇਰੀ। ਕਹਿਣ ਲੱਗੇ, ਵਾਰ ਵਾਰ ਬੇਨਤੀਆਂ ਕਰਕੇ ਹਟ ਬੇਚਹਿਤ ਨਹੀਂ ਤਿਸ ਬੇਰੀ। ਕਹਿਣ ਲੱਗੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਰੱਖਦੇ ਨੇ, ਬੇਨਤੀਆਂ ਕਰਦੇ ਨੇ। ਜੀ ਕਿਸੇ ਦਾ ਵੀ ਨਹੀਂ ਕਰਦਾ ਕਿ ਅਸੀਂ ਵਾਪਸ ਅੰਮ੍ਰਿਤਸਰ ਨੂੰ ਜਾਈਏ। ਸ਼੍ਰੀ ਅਰਜਨ ਕਹਿ ਕਰ ਬਹੁ ਬਾਰੀ। ਪਰ ਧੰਨ ਗੁਰੂ ਅਰਜਨ ਦੇ ਪਿਤਾ ਗਰੀਬ ਨਵਾਜ ਜੀ ਸਭਨਾਂ ਨੂੰ ਬਹੁਤ ਵਾਰ-ਵਾਰ ਇਹ ਗੱਲਾਂ ਕਰਨੀਆਂ ਸੌਖੀਆਂ ਨੇ। ਸਾਹਮਣੇ ਗੁਰਦੇਵ ਮਹਾਰਾਜ ਸ਼ਹਾਦਤ ਦੇਣ ਲਈ ਲਾਹੌਰ ਜਾਂਦੇ ਹੋਣ,
ਕਿਸੇ ਸਿੱਖ ਦਾ ਜੀ ਕਰਦਾ ਵੀ ਗੁਰੂ ਨਾਲੋਂ ਪਿੱਠ ਕਰਕੇ ਪਿੱਛੇ ਨੂੰ ਮੁੜ ਜਾਵੇ? ਕਦੀ ਹੋ ਸਕਦਾ ਨਾ। ਕਿਉਂਕਿ ਅੱਜ ਤੇ ਗੁਰੂ ਨਾਲ ਨਿਹੁੰ ਤੇ ਪ੍ਰੇਮ ਪਦਾਰਥਾਂ ਵਾਸਤੇ ਹੀ ਹੈ ਲਗਭਗ, ਮੇਰੇ ਸਮੇਤ। ਜੇ ਪਦਾਰਥ ਨਹੀਂ ਮਿਲਦੇ ਤੇ ਅਸੀਂ ਗੁਰੂ ਤੇ ਪਹਿਲਾਂ ਹੀ ਛੱਡਿਆ ਹੁੰਦਾ, ਤੇ ਪਦਾਰਥਾਂ ਲਈ ਗੁਰੂ ਕੋਲ ਆਈਦਾ, ਸੁੱਖਾਂ ਲਈ ਗੁਰੂ ਕੋਲ ਆਈਦਾ। ਹੋਰ ਕੋਈ ਗੁਰੂ ਨੂੰ ਆਪਾਂ ਦੇਣ ਥੋੜਾ ਆਉਣੇ ਆ। ਜਿੰਨੀਆਂ ਲੱਗੀਆਂ ਹੋਈਆਂ ਲਾਈਨਾਂ ਸ੍ਰੀ ਹਰਿਮੰਦਰ ਸਾਹਿਬ ਵੱਡੇ ਵੱਡੇ ਸਮਾਗਮਾਂ ਵਿੱਚ, ਜਿੱਥੇ 2-2 ਘੰਟੇ ਲੱਗਦੇ ਹੁਣ ਮੱਥਾ ਟੇਕਣ ਲਈ, ਉਹ ਬਹੁਤਾਤ ਵਿੱਚ ਲਾਈਨਾਂ ਉਹ ਲੈਣ ਵਾਲਿਆਂ ਦੀਆਂ ਨੇ, ਵਪਾਰ ਕਰਨ ਵਾਲਿਆਂ ਦੀਆਂ ਨੇ, ਵੀ ਆਹ ਕੁਝ ਲਓ ਤੇ ਆਹ ਕੁਝ ਦਿਓ। ਕੋਈ ਐਸਾ ਵਪਾਰ ਕਰਨ ਨਹੀਂ ਆਉਂਦਾ ਕਿ ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੰਭ ਤੇ ਕਿਆ ਲੱਗਾ। ਐਸਾ ਵਪਾਰ ਕੋਈ ਕਰਦਾ ਹੈ ਵੀ ਦਾਤਾਰ ਜੀ ਇਹ ਸਭ ਕੁਝ ਹੀ ਤੁਹਾਡਾ ਹੈ। ਬਾਕੀ ਦੁਨਿਆਵੀ ਹਾਂ, ਗੁਰਿਸਤੀ ਹਾਂ, ਹਰ ਟਾਈਮ ਜ਼ਰੂਰਤਾਂ ਤੇ ਲੋੜਾਂ ਸਾਨੂੰ ਗੁਰੂ ਨਾਲ ਵਪਾਰ ਹੀ ਸਿਖਾਉਂਦੀਆਂ ਨੇ, ਤੇ ਅਸੀਂ ਵੀ ਗੁਰੂ ਨਾਲ ਵਪਾਰ ਹੀ ਕਰੀਦਾ। ਜੇ ਇੱਕ ਦੁਕਾਨ ਤੋਂ ਸੌਦਾ ਨਹੀਂ ਮਿਲਿਆ ਫਿਰ ਦੂਜੀ ਦੁਕਾਨ ਤੇ ਚਲੇ ਜਾਈਦਾ। ਇਹ ਮਨ ਖੋਟਾ ਹੀ ਐਸਾ ਹੈ, ਜੇ ਗੁਰੂ ਕੋਲੋਂ ਕੁਝ ਨਹੀਂ ਮਿਲਿਆ ਤੇ ਖੋਟਾ ਮਨ ਗੁਰੂ ਤੋਂ ਪਾਸਾ ਵਟ ਜਾਂਦਾ ਹੈ। ਸੋ ਆਪਾਂ ਨਿਸ਼ਾਵਰ ਕਰਨਾ ਹੀ ਤੇ ਗੁਰੂ ਕਾ ਸਿੱਖ ਹੋਣਾ ਹੈ। ਗਰੀਬ ਨਵਾਜ ਮਹਾਰਾਜ ਜੀ ਵਾਰ-ਵਾਰ ਕਹਿ ਕੇ ਸੰਗਤਾਂ ਨੂੰ, ਗੁਰਸਿੱਖਾਂ ਨੂੰ ਪਿੱਛੇ ਮੋੜਦੇ ਹਨ ਜੀ। ਬਰਬਸ ਸਭਨ ਹਟਾਏ ਪਿਛਾਰੀ। ਮਹਾਰਾਜ ਨੇ ਬਦੋ ਬਦੀ ਨਾ ਹੁੰਦਿਆਂ ਵੀ ਸੰਗਤਾਂ ਨੂੰ ਪਿੱਛੇ ਮੋੜਿਆ। ਅੰਮ੍ਰਿਤਸਰ ਸਾਹਿਬ ਜੀ ਨੂੰ ਆਪਣੀ ਜੋਤ ਪੁੱਤਰ ਮਹਿ ਧਾਰੀ। ਕਵੀ ਜੀ ਕਹਿੰਦੇ ਨੇ ਮੇਰੇ ਪਿਤਾ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਐਸੀ ਜੋਤ ਉਹ ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਵਿੱਚ ਟਿਕਾਉਣਾ ਕੀਤੀ ਹੈ। ਗੁਰ ਅਸ਼ੋਕ ਤਬ ਚਲੇ ਅਗਾਰੀ। ਕਹਿਣ ਲੱਗੇ ਗੁਰੂ ਮਹਾਰਾਜ ਜਿਨ੍ਹਾਂ ਨੂੰ ਕੋਈ ਦੁੱਖ ਨਹੀਂ, ਕੋਈ ਭੈ ਨਹੀਂ, ਕਹਿਣ ਲੱਗੇ ਮਹਾਰਾਜ ਆਪ ਖੁਸ਼ੀ ਦੇ ਨਾਲ ਲਾਹੌਰ ਨੂੰ ਚੱਲ ਪਏ ਹਨ। ਪਠਿਓ ਸਿੱਖ ਇੱਕ ਗੋਇੰਦਵਾਲ। ਮਹਾਰਾਜ ਜੀ ਨੇ ਇੱਕ ਸਿੱਖ ਨੂੰ ਗੋਇੰਦਵਾਲ ਸਾਹਿਬ ਭੇਜਿਆ। ਪਹੁੰਚੋ ਆਜ ਤਹਾਂ ਮਗ ਚਾਲ। ਮਹਾਰਾਜ ਕਹਿੰਦੇ ਛੇਤੀ ਜਾਓ ਗੋਇੰਦਵਾਲ ਸਾਹਿਬ। ਗੁਰੂ ਅਰਜਨ ਸਾਹਿਬ ਮਹਾਰਾਜ ਪਿਤਾ ਗੁਰਦੇਵ ਜੀ ਦਾ ਉੱਥੇ ਪ੍ਰਕਾਸ਼ ਹੋਇਆ। ਸ਼ਾਇਦ ਆਪ ਜੀ ਨੂੰ ਪਤਾ ਹੋਵੇ ਤਿੰਨਾਂ ਸਪੁੱਤਰਾਂ ਦਾ ਜਿਹੜਾ ਅਵਤਾਰ ਹੈ, ਬਾਬਾ ਪ੍ਰਿਥੀ ਚੰਦ ਜੀ ਦਾ, ਬਾਬਾ ਮਹਾਦੇਵ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ। ਇੱਕ ਸ਼ਾਇਦ ਹੋਰ ਆਪ ਨੂੰ ਘਟਨਾ ਦਾ ਚੇਤਾ ਹੋਵੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਖੁਸ਼ੀਆਂ, ਬੇਅੰਤ ਸੇਵਾਵਾਂ, ਜਦੋਂ ਕੋਈ ਨਹੀਂ ਸੀ ਸਾਂਭਦਾ, ਯਤੀਮ ਤੇ ਅਨਾਥ ਹੋ ਗੁਰੂ ਅਮਰਦਾਸ ਪਿਤਾ ਜੀ ਦੇ ਦਰ ਤੇ ਰਹੇ। ਪਿਤਾ ਨੇ ਯਤੀਮ ਤੇ ਅਨਾਥ ਨੂੰ ਸਾਂਭਿਆ ਹੀ ਨਹੀਂ, ਯਤੀਮਾਂ ਔਰ ਅਨਾਥਾਂ ਦਾ ਮਾਲਕ ਬਣਾ ਕੇ ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਬੇਅੰਤ ਬਖਸ਼ਿਸ਼ਾਂ ਕਰਕੇ ਸੋਢੀ ਸੁਲਤਾਨ ਜਿਹਨੂੰ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਗੁਰੂ ਕਹਾਵੈ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਐਸੇ ਦਿਆਲੂ ਨੂੰ ਦੀਨ ਦੁਨੀ ਦਾ ਗੁਰੂ ਥਾਪਿਆ। ਤੇ ਖਿਆਲ ਕਰਨਾ ਜਦੋਂ ਗੁਰੂ ਰਾਮਦਾਸ ਜੀ ਦਾ ਅੰਤਮ ਸਮਾਂ ਹੋਇਆ, ਗੁਰੂ ਜੀ ਉੱਥੇ ਅੰਤਮ ਸਮਾਂ ਸਵਾਸ ਉੱਥੇ ਪੂਰੇ ਕੀਤੇ ਨੇ ਗੋਇੰਦਵਾਲ ਸਾਹਿਬ। ਤੇ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਵੀ ਇੱਥੋਂ ਹੋਈ ਹੈ ਤੇ ਮੇਰੀ ਜ਼ਿੰਦਗੀ ਦਾ ਬਾਹਰੀ ਪੱਖ ਦਾ ਅੰਤਮ ਵੀ ਇੱਥੇ ਹੈ। ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਗੋਇੰਦਵਾਲ ਸਾਹਿਬ ਸਮਾਏ ਨੇ। ਸੇਵਾਵਾਂ ਭਾਵੇਂ ਸਾਰੀਆਂ ਹੀ ਇੱਥੇ ਕੀਤੀਆਂ ਅੰਮ੍ਰਿਤਸਰ ਸਾਹਿਬ। ਗੁਰੂ ਅਰਜਨ ਸਾਹਿਬ ਪਿਤਾ ਗੁਰਦੇਵ ਜੀ ਦਾ ਵੀ ਅਵਤਾਰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦਾ। ਜਦੋਂ ਤੁਸੀਂ ਗੋਇੰਦਵਾਲ ਸਾਹਿਬ ਜਾਓਗੇ, ਹੁਣ ਯਾਤਰਾ ਤੇ ਜਦੋਂ ਤੁਸੀਂ ਘਰੇ ਜਾਂਦੇ ਹੋ, ਦਰਸ਼ਨ ਕਰ ਆਇਓ।
ਛੋਟੇ ਛੋਟੇ ਕਮਰੇ ਨੇ, ਉੱਥੇ ਰਾਥੇ, ਉੱਥੇ ਗੁਰੂ ਅਰਜਨ ਸਾਹਿਬ ਜੀ ਦੇ ਕੇਸ ਨੇ, ਮਾਤਾ ਭਾਨੀ ਦੀ ਉੱਥੇ ਖੂਹੀ ਏ, ਬਹੁਤ ਕੁਝ ਤੁਹਾਨੂੰ ਮਿਲੇਗਾ। ਉੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਹਜ਼ੂਰ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਨਾ ਲੋਚਦੇ ਨੇ, ਕਿਉਂਕਿ ਨਾਨਕਾ ਪਰਿਵਾਰ ਏ। ਹਜ਼ੂਰ ਨੇ ਇੱਕ ਸਿੱਖ ਨੂੰ ਅੱਗੇ ਭੇਜਿਆ ਵੀ ਜਾ ਕਰਕੇ ਦੱਸਣਾ ਕਰੋ। ਮਿਲੋ ਅਰਥ ਮਲ ਕੋ ਤੁਮ ਜਾਏ। ਮਹਾਰਾਜ ਕਹਿਣ ਲੱਗੇ ਗੁਰਸਿੱਖ ਨੂੰ, ਜਾਓ, ਇਹ ਬਾਬਾ ਮੋਹਰੀ ਜੀ ਦਾ ਛੋਟਾ ਪੋਤਰਾ ਹੈ, ਬਾਬਾ ਅਰਥਮਲ ਜੀ। ਧੰਨ ਗੁਰੂ ਅਮਰਦਾਸ ਜੀ ਦੇ ਦੋ ਸੁਪੁੱਤਰ ਨੇ, ਬਾਬਾ ਮੋਹਨ ਤੇ ਬਾਬਾ ਮੋਹਰੀ। ਮੋਹਨ ਵੱਡੇ ਨੇ, ਮੋਹਰੀ ਛੋਟਾ, ਤੇ ਮੋਹਰੀ ਛੋਟੇ ਪੁੱਤ ਦੇ ਇਹ ਪੋਤਰਾ ਜੀ ਨੇ ਬਾਬਾ ਅਰਥਮਲ ਜੀ। ਲਵਪੁਰ ਗਮਨੈ ਦੇਹੋ ਸੁਨਾਏ। ਜਾ ਕੇ ਉਹਨਾਂ ਨੂੰ ਦੱਸ ਦੇਣਾ ਕਰੋ, ਅਸੀਂ ਸ਼ਹੀਦ ਹੋਣ ਲਈ, ਸ਼ਹਾਦਤ ਦੇਣ ਵਾਸਤੇ ਲਾਹੌਰ ਨੂੰ ਜਾ ਰਹੇ ਹਾਂ। ਹੋਤ ਪਰਾਤ ਕੇ ਸੋ ਚੱਲ ਆਵਹਿ। ਤੇ ਨਾਲ ਹਜ਼ੂਰ ਨੇ ਕਿਹਾ, ਜਾ ਕੇ ਉਹਨਾਂ ਨੇ ਕਿਹਾ, ਸਾਨੂੰ ਮਿਲਣ ਵਾਸਤੇ ਤੁਸੀਂ ਜ਼ਰੂਰ ਆਇਓ, ਸਵੇਰ ਹੁੰਦਿਆਂ। ਹਮਕੋ ਮਿਲਹਿ ਮੋਦ ਉਪਜਾਵਹਿ। ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ, ਖੁਸ਼ੀ ਤੇ ਆਨੰਦ ਪ੍ਰਸ਼ੰਸਾ ਮਿਲੇਗੀ। ਬਾਬਾ ਅਰਥਮਲ ਜੀ ਪ੍ਰਥਾਏ ਸਤਿਗੁਰੂ ਨੇ ਕਹਿ ਕੇ ਭੇਜਿਆ, ਇਹ ਸੁਣਾ ਦਿਓ ਗੋਇੰਦਵਾਲ ਸਾਹਿਬ ਨਾਨਕਾ ਪਰਿਵਾਰ ਹੈ ਸਾਡਾ, ਤੇ ਅਸੀਂ ਸ਼ਹਾਦਤ ਦੇਣ ਲਈ ਚੱਲੇ ਹਾਂ। ਤੇ ਬਾਬਾ ਅਰਥਮਲ ਜੀ ਨੂੰ ਕਹਿਣਾ, ਸਾਨੂੰ ਆ ਕੇ ਮਿਲਣ, ਤੁਹਾਡੇ ਮਿਲਣ ਸਾਨੂੰ ਖੁਸ਼ੀ ਨਸੀਬ ਹੋਵੇਗੀ। ਸੁਨਤ ਸਿੱਖ ਉਤਲਾਵਤ ਧਾਵਾ। ਇਹ ਮਹਾਰਾਜ ਜੀ ਦਾ ਸੁਨੇਹਾ ਲੈ ਕੇ ਗੁਰੂ ਪਿਆਰ ਵਾਲਾ ਗੁਰਸਿੱਖ ਬੜੀ ਜਲਦੀ ਦੇ ਨਾਲ ਗੋਇੰਦਵਾਲ ਸਾਹਿਬ ਨੂੰ ਚੱਲਿਆ ਹੈ। ਸੰਧਿਆ ਹੋਤ ਪੁਰ ਪਰਵਿਸ਼ਾਵਾ। ਕਹਿਣ ਲੱਗੇ ਸੰਧਿਆ ਸਮੇਂ ਗੋਇੰਦਵਾਲ ਸਾਹਿਬ ਆ ਗਏ ਹਨ। ਮਿਲਿਓ ਅਰਥਮਲ ਕੋ ਕਰ ਨਮੋ। ਉਹ ਗੁਰਸਿੱਖ ਨੇ ਮੱਥਾ ਟੇਕਿਆ, ਬਾਬਾ ਅਰਥਮਲ ਜੀ ਨੂੰ ਮਿਲੇ ਹਨ। ਹਾਥ ਜੋੜ ਬੈਠਿਓ ਤੇ ਸਮੋ। ਹੱਥ ਜੋੜ ਕੇ ਕੋਲ ਬੈਠਿਆ ਗੁਰਸਿੱਖ ਬਾਬਾ ਅਰਥਮਲ ਜੀ ਦੇ। ਸ੍ਰੀ ਸਤਿਗੁਰ ਕੋ ਦੀਨ ਸੰਦੇਸਾ। ਉਹਨੇ ਪੁੱਛਿਆ, ਗੁਰਸਿੱਖਾ ਕਿੱਥੋਂ ਆਇਆ? ਹਾਂਜੀ, ਮੈਂ ਅੰਮ੍ਰਿਤਸਰ ਸਾਹਿਬ ਤੋਂ। ਬੜੀ ਖੁਸ਼ੀ ਮਿਲੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੋਂ। ਹਾਂਜੀ, ਕੀ ਸੁਨਿਆ ਹੈ ਦੱਸੋ, ਦੱਸਣਾ ਕਰੋ। ਤੁਮ ਕੋ ਸਿਮਰਨ ਕੀਨ ਵਿਸ਼ੇਸ਼ਾ। ਤੇ ਸਿੱਖ ਨੇ ਹੱਥ ਜੋੜ ਕੇ ਕਿਹਾ, ਜੀ ਗੁਰੂ ਅਰਜਨ ਸਾਹਿਬ ਸ਼ਹੀਦ ਹੋਣ ਲਈ ਚੱਲੇ ਨੇ, ਤੁਹਾਨੂੰ ਵਿਸ਼ੇਸ਼ ਕਰਕੇ ਗੁਰਦੇਵ ਪਿਤਾ ਜੀ ਨੇ ਚੇਤੇ ਕੀਤਾ ਹੈ। ਲਵਪੁਰ ਕੋ ਗਮਨੇ ਜਿਸ ਕਾਲ। ਹਾਂ, ਜਦੋਂ ਲਾਹੌਰ ਨੂੰ ਤੁਰਨ ਲੱਗੇ ਔਰ ਤੁਰਦਿਆਂ ਹੋਇਆ ਇਹ ਮੇਰੇ ਲਈ ਡਿਊਟੀ ਲਾਏਗੀ, ਤੁਹਾਨੂੰ ਸੁਨੇਹਾ ਦੇਣ ਲਈ। ਮੋਕੋ ਕਰ ਤਾਗੀਦ ਵਿਸਾਲ। ਤੇ ਮੈਨੂੰ ਤਾਗੀਦ ਹੁਕਮ ਲਾਇਆ ਬਹੁਤ ਭਾਰੀ, ਬਹੁਤ ਸਖਤ, ਵੀ ਤੁਸੀਂ ਬਾਬਾ ਅਰਥਮਲ ਜੀ ਨੂੰ ਸੁਨੇਹਾ ਦੇਣਾ। ਰਾਤ ਚੜਾਵੋ ਤਿਨ ਕੋ ਜਾਏ। ਸਵੇਰ ਦੇ ਸਵੇਰ ਹੁੰਦਿਆਂ ਨਾਲ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਸਾਡੇ ਕੋਲ ਆ ਜਾਣਾ। ਸੁਨ ਆਗਿਆ ਮੈਂ ਆਇਓ ਧਾਏ। ਤੇ ਬਾਬਾ ਜੀ, ਮੈਂ ਪਿਤਾ ਗੁਰਦੇਵ ਜੀ ਦੀ ਆਗਿਆ ਲੈ ਕੇ ਤੁਹਾਨੂੰ ਸੁਨੇਹਾ ਦੇਣ ਲਈ ਤੇ ਤੁਹਾਨੂੰ ਸਵੇਰੇ ਲਿਜਾਣ ਵਾਸਤੇ ਨਾਲ ਮੈਂ ਆਇਆ ਹਾਂ। ਹਿਮ ਕਹਿ ਬਾਕ ਸੁਨੇ ਬਿਸਮਾਨੇ। ਤੇ ਇਸ ਤਰ੍ਹਾਂ ਬਚਨ ਸੁਣ ਕੇ ਬਾਬਾ ਅਰਥਮਲ ਜੀ ਬੜੇ ਹੈਰਾਨ ਹੋਏ। ਕਾਰਨ ਕੌਣ ਕਰਤ ਅਨੁਮਾਨੇ। ਤੇ ਕਹਿਣ ਲੱਗੇ, ਸੋਚਣ ਲੱਗੇ ਵੀ ਇਹੋ ਜੀ ਕਿਹੜੀ ਗੱਲ ਹੋ ਗਈ ਵੀ ਗੁਰਸਿੱਖ ਨੂੰ ਬੜੀ ਜਲਦੀ ਭੇਜਿਆ, ਤੇ ਫਿਰ ਨਾਲ ਸਾਨੂੰ ਸਵੇਰੇ ਨਾਲ ਲੈ ਕੇ ਜਾਣ ਦਾ ਵੀ ਬੜਾ ਸਖਤ ਹੁਕਮ ਹੈ। ਸੋਚਦੇ ਹਨ, ਸ੍ਰੀ ਗੁਰ ਅਮਰ ਅੰਸ ਮਿਲ ਸਾਰੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿੰਨੇ ਹੋਰ ਪਰਿਵਾਰਕ ਮੈਂਬਰ ਸਨ, ਪੋਤ ਪੋਤਰੇ ਸਾਰੇ ਇਕੱਠੇ ਹੋਏ। ਸਿੱਖ ਸੋ ਬੂਝਤ ਕਰਤ ਵਿਚਾਰੇ। ਸਾਰਾ ਹੀ ਪਰਿਵਾਰ ਇਕੱਠਾ ਹੋਇਆ ਤੇ ਪੁੱਛਣ ਲੱਗੇ ਹਨ, ਜੀ ਸੁਨਿਓ ਜੋ ਸ਼ਾਹੋ ਪਠਿਓ ਪਰਵਾਨਾ। ਕਹਿਣ ਲੱਗੇ, ਸਾਨੂੰ ਵੀ ਪਤਾ ਲੱਗਾ ਸੀ ਕਿ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਪਰਵਾਨਾ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਭੇਜਿਆ ਸੀ। ਜਾਂ ਤੇ ਚਿਤ ਮੈਂ ਚਿੰਤ ਮਹਾਨਾ। ਸਾਨੂੰ ਉਦੋਂ ਹੀ ਕੋਈ ਚਿੰਤਾ ਲੱਗੀ ਸੀ ਵੀ ਇਹ ਬਾਦਸ਼ਾਹ ਦਾ ਪਰਵਾਨਾ ਆਇਆ, ਨਾ ਜਾਣੇ ਕੁਝ ਨਾ ਕੁਝ ਖਰਾਬੀ ਹੋ ਜਾਏ। ਕਰਹਿ ਛਤਰਤਾ ਮੂਰਖ ਚੰਦੂ। ਸਾਨੂੰ ਇਹ ਵੀ ਪਤਾ ਲੱਗਾ ਸੀ ਇਹਨਾਂ ਸਾਰਿਆਂ ਦੇ ਪਿੱਛੇ ਮੂਰਖ ਚੰਦੂ ਹੈ, ਜਿਹੜਾ ਸਭ ਕੁਝ ਕਰ ਰਿਹਾ ਹੈ। ਬਿਨ ਦੋਸ਼ਣ ਦੇ ਦੋਸ਼ ਬਿਲੰਦੂ। ਤੇ ਬਿਨਾਂ ਦੋਸ਼ਾਂ ਤੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਬੜੇ ਵੱਡੇ ਵੱਡੇ ਦੋਸ਼ ਮੜ ਰਿਹਾ। ਕਦੀ ਚੋਰ ਰੱਖੇ ਨੇ, ਕਦੀ ਡਾਕੂ ਰੱਖੇ ਨੇ, ਕਦੀ ਖੁਸਰੋ ਨੂੰ
ਸਾਂਭਿਆ ਉਹਨੂੰ ਤਿਲਕ ਲਾਇਆ। ਪਤਾ ਨਹੀਂ ਕਿੰਨੇ ਕੋ ਦੋਸ਼ ਗੁਰੂ ਅਰਜਨ ਸਾਹਿਬ ਤੇ ਉਹ ਪਾਪੀ ਮਰਦਾ ਹੈ। ਬਹੁਤ ਵਿਚਾਰਤ ਨਿਸਾ ਬਿਤਾਈ। ਇਸ ਤਰ੍ਹਾਂ ਸਾਰਾ ਪਰਿਵਾਰ ਇਕੱਠਿਆਂ ਹੋਇਆ ਉਸ ਗੁਰਸਿੱਖ ਕੋਲ ਬੈਠਾ ਵਿਚਾਰਾਂ ਕਰਦੇ ਰਹੇ ਹਨ। ਸਾਰਾ ਕੁਝ ਹੁੰਦਾ ਜਿਵੇਂ ਪਰਿਵਾਰ ਵਿੱਚ ਆਪਾਂ ਜੁੜ ਬੈਠਦੇ ਹਾਂ। ਰਾਤ ਇਸ ਤਰ੍ਹਾਂ ਬਤੀਤ ਕੀਤੀ। ਚੱਲਿਓ ਅਰਥ ਮਲ ਪਿਖ ਅਰਨਾਈ। ਤੇ ਕਹਿਣ ਲੱਗੇ ਬਾਬਾ ਅਰਨਮਲ ਸੂਰ ਅਰਥਮਲ ਜੀ ਜਦੋਂ ਸਵੇਰ ਸੁਬਹ ਹੋਈਏ ਹਜੂਰ ਦਾ ਬਚਨ ਸੀ, ਬਚਨ ਮੰਨ ਕੇ ਤੁਰ ਪਏ ਹਨ ਗੁਰਸਿੱਖ ਨਾਲ। ਇਤ ਸ੍ਰੀ ਅਰਜਨ ਗੁਰ ਤੇ ਸਮੋ। ਇਧਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਰਾਮਦਾਸਪੁਰ ਕੋ ਕਰ ਨਮੋ। ਇਧਰੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਿੱਖ ਨੂੰ ਸਵੇਰੇ ਹੀ ਭੇਜ ਦਿੱਤਾ ਸੀ। ਇਧਰੋਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਨੂੰ ਨਮਸਕਾਰ ਕਰਕੇ ਸਨੇ ਸਨੇ ਮਗ ਮਹਿ ਪ੍ਰਸਥਾਨੇ। ਅੰਮ੍ਰਿਤਸਰ ਸਾਹਿਬ ਦਾ ਪਹਿਲਾ ਨਾਮ ਹੈ ਰਾਮਦਾਸਪੁਰ। ਇਹ ਗੁਰੂ ਰਾਮਦਾਸ ਜੀ ਦੇ ਪਾਵਨ ਨਗਰ ਨੂੰ ਨਮਸਕਾਰ ਕਰਕੇ ਤੁਰੇ ਨੇ। ਹੌਲੀ ਹੌਲੀ ਮਾਰਗ ਤੇ ਚੱਲ ਰਹੇ ਹਨ ਜੀ। ਡੇਰੋ ਕਰ ਜਾ ਮਨ ਗੁਜ਼ਰਾਨੇ। ਰਸਤੇ ਵਿੱਚ ਇੱਕ ਰਾਤ ਬਤੀਤ ਕੀਤੀ ਤੇ ਫਿਰ ਅੱਗੇ ਚੱਲੇ ਹਨ। ਭਈ ਪ੍ਰਾਤ ਹੋਏ ਕਰ ਅਸਵਾਰ। ਸਵੇਰ ਹੋਈ ਇੱਕ ਰਾਤ ਰਸਤੇ ਵਿੱਚ ਕੱਟੀ ਹੈ ਮਹਾਰਾਜ ਤੇ ਪੰਜਾਂ ਗੁਰਸਿੱਖਾਂ ਨੇ। ਜਦੋਂ ਫਿਰ ਦੂਸਰਾ ਦਿਨ ਚੜ੍ਹਿਆ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਵਾਰੀ ਕਰਕੇ ਚਾਲੇ ਪਾਤੇ। ਪਹੁੰਚਤ ਭੇ ਲਵਪੁਰੀ ਮਝਾਰ। ਮਹਾਰਾਜ ਲਾਹੌਰ ਸ਼ਹਿਰ ਵਿੱਚ ਜਾ ਪਹੁੰਚੇ ਹਨ। ਇੱਕ ਸੱਧੂ ਸਿੱਖ ਗੁਰਮੁਖ ਮਹਾ। ਇਹ ਗੁਰਸਿੱਖ ਦਾ ਨਾਮ ਭਾਈ ਸੱਧੂ ਆਇਆ ਹੈ, ਜਿਹੜਾ ਗੁਰੂ ਨਾਲ ਪਿਆਰ ਕਰਨ ਵਾਲਾ ਬੜਾ ਪਿਆਰਾ ਪ੍ਰੇਮੀ ਗੁਰਸਿੱਖ ਹੈ। ਕਰਤ ਪ੍ਰਤੀਖਣ ਬਾਸੈ ਤਹਾਂ। ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਉਡੀਕ ਕਰਦਾ ਸੀ। ਸੱਚੇ ਪਾਤਸ਼ਾਹ ਕਦੋਂ ਚਰਨ ਪਾਓਗੇ, ਕਦੋਂ ਦੀਦਾਰ ਦਿਓਗੇ, ਕਦੋਂ ਮਿਲਾਪ ਹੋਵੇਗਾ। ਬਹੁਤ ਭਾਵਨਾ ਦੇ ਨਾਲ ਹਜੂਰ ਨੂੰ ਯਾਦ ਕਰਦੇ ਸਨ ਭਾਈ ਸੱਧੂ ਜੀ। ਦੀਨ ਅਹੋਂ ਮੈਂ ਦੀਨਨ ਦਇਆਲਾ। ਕਹਿਣ ਲੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬਾਂ ਅਨਾਥਾਂ ਦੇ ਮਾਲਕ ਨੇ ਤੇ ਗਰੀਬਾਂ ਤੇ ਦਿਆਲਤਾ ਧਾਰਨ ਵਾਲੇ। ਪਿਖੋ ਭਗਤ ਕੇ ਭਾਉ ਬਿਸਾਲਾ। ਤੇ ਇਹ ਭਾਈ ਸੱਧੂ ਦੇ ਬਚਨ ਸਨ। ਮਹਾਰਾਜ ਤੁਸੀਂ ਦੀਨਾ ਗਰੀਬਾਂ, ਜਿਵੇਂ ਕਹਿੰਦੇ ਆ ਨਾ ਗਰੀਬਾਂ ਅਨਾਥਾ ਤੇਰਾ ਮਾਣਾ ਸਤਿਗੁਰੂ। ਗਰੀਬਾਂ ਤੇ ਅਨਾਥਾਂ ਨੂੰ ਤੇਰੇ ਤੇ ਮਾਣ ਰਹਿੰਦਾ ਹੈ। ਤੇਰੇ ਬਿਨਾ ਕੋਈ ਦੂਜਾ ਥੋੜਾ ਬਾਂਹ ਗਰੀਬਾਂ ਦੀ ਫੜਨ ਵਾਲਾ ਹੈ, ਪਰ ਤੁਸੀਂ ਹੋ ਕੇ ਬਾਂਹ ਫੜ ਕੇ ਮਹਾਨ ਬਣਾਉਂਦੇ ਹੋ। ਹੋਰ ਕਹਿਣ ਲੱਗੇ ਭਾਈ ਸੱਧੂ ਅਰਦਾਸਾਂ ਕਰਦਾ ਸੀ ਸੱਚੇ ਪਾਤਸ਼ਾਹ ਮੇਰੇ ਵਰਗੇ ਗਰੀਬ ਅਨਾਥ ਯਤੀਮਾਂ ਦੇ ਤੁਸੀਂ ਮਾਲਕ ਹੋ। ਔਰ ਫਿਰ ਆਪਣੇ ਪਿਆਰੇ ਦਾ ਭਾਉ, ਆਪਣੇ ਪਿਆਰੇ ਭਗਤ ਦਾ ਪ੍ਰੇਮ ਵੇਖ ਕਰਕੇ ਸੱਚੇ ਪਾਤਸ਼ਾਹ ਤੁਸੀਂ ਪਤੀਜਦੇ ਹੋ। ਔਰ ਆਪਣੇ ਪਿਆਰੇ ਦੇ ਭਾਉ ਭਗਤੀ ਨੂੰ ਵੇਖ ਕਰਕੇ ਮਹਾਰਾਜ ਉਹਨਾਂ ਦੇ ਵਸੀਕਾਰ ਹੁੰਦੇ ਹੋ। ਮਮ ਘਰ ਨਿਸਾ ਬਾਸ ਜੇ ਕਰਹੀਂ। ਸੱਚੇ ਪਾਤਸ਼ਾਹ ਜੇ ਕਿਤੇ ਦਇਆ ਕਰੋ, ਤੁਸੀਂ ਮੇਰੇ ਘਰੇ ਵਾਸਾ ਕਰੋ। ਇਹ ਵੀ ਅਰਦਾਸਾਂ ਕਰਦਾ ਸੀ। ਭਾਈ ਲਾਲੋ ਵੀ ਅਰਦਾਸਾਂ ਕਰਦਾ ਸੀ। ਜਿਹਦੇ ਨੇ ਪਹਿਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਲਤਾਨਪੁਰ ਤੋਂ ਦੁਨੀਆ ਦੀ ਰਟਣ ਲਈ ਪਹਿਲਾ ਸਫ਼ਰ ਜਿਹਦਾ ਸ਼ੁਰੂ ਕੀਤਾ ਹੈ ਨਾ, ਪਤਾ ਹੈ ਤੁਹਾਨੂੰ। ਭਾਈ ਲਾਲੋ ਦਾ ਦਰਵਾਜ਼ਾ ਖੜਕਾਇਆ। ਵੀ ਗੁਰੂ ਨਾਨਕ ਦੇ ਘਰ ਦੀ ਪਰੰਪਰਾ ਹੀ ਹੈ ਨਾ, ਗੁਰੂ ਮਿਲਣ ਖੁਦ ਜਾਂਦਾ ਤੇ ਬੂਹਾ ਖੜਕਾਉਂਦਾ ਵੀ ਮੈਂ ਤੈਨੂੰ ਮਿਲਣ ਆਇਆ। ਹਜ਼ੂਰ ਨੇ ਜਦੋਂ ਬੂਹਾ ਖੜਕਾਇਆ, ਕਿਉਂਕਿ ਮਿਲੇ ਤੇ ਕਦੀ ਹੈ ਨਹੀਂ ਸੀ, ਰੱਬ ਜੀ ਨੂੰ ਅਰਦਾਸਾਂ ਜ਼ਰੂਰ ਕਰਦਾ ਸੀ ਭਾਈ ਲਾਲੋ। ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਔਰ ਭੈ ਭਾਵਨੀ ਵਿੱਚ ਰਹਿਣ ਵਾਲਾ, ਰੋਜ਼ ਅਰਦਾਸਾਂ ਕਰਦਾ ਹੋਏਗਾ, ਆਪਣੇ ਸ਼ਬਦਾਂ ਵਿੱਚ ਚੇਤੇ ਕਰਦਾ ਹੋਏਗਾ। ਹਜ਼ੂਰ ਨੇ ਜਦੋਂ ਬੂਹਾ ਖੜਕਾਇਆ ਤੇ ਇਹਨੇ ਬੂਹਾ ਖੋਲਿਆ ਜਿਵੇਂ ਲੱਕੜ ਦੇ ਛੋਟੇ ਬੂਹੇ ਪਿੰਡਾਂ ਦੇ। ਮਹਾਰਾਜ ਨੂੰ ਭਾਈ ਬਾਲੇ ਤੇ ਮਰਦਾਨੇ ਨੂੰ ਵੇਖ ਕੇ ਹੈਰਾਨ ਜਿਹਾ ਹੋ ਕੇ ਖੜ ਗਿਆ। ਵੇਖਣ ਲੱਗ ਪਿਆ ਵੀ ਤਿੰਨ ਕੌਣ ਨੇ। ਪੁੱਛਿਆ ਜੀ ਤੁਸੀਂ ਕੌਣ? ਮਹਾਰਾਜ ਕਹਿੰਦੇ ਭਾਈ ਜਾਣਦਾ ਨਹੀਂ? ਕਹਿੰਦਾ ਨਹੀਂ। ਮਹਾਰਾਜ ਕਹਿੰਦੇ ਪਛਾਣ? ਕਹਿੰਦਾ ਵੀ ਨਹੀਂ। ਮਹਾਰਾਜ ਕਹਿੰਦੇ ਰੋਜ਼ ਹੀ ਚੇਤਾ ਕਰਦਾ ਹੈ ਭਲਿਆ, ਤੇ ਅੱਜ ਤੈਨੂੰ ਮਿਲਣਾ ਹੈ ਤੂੰ ਪਛਾਣਦਾ ਹੀ ਨਹੀਂ। ਜਦੋਂ ਮਹਾਰਾਜ ਨੇ ਕਿਹਾ ਰੋਜ਼ ਚੇਤੇ ਕਰਦਾ ਸਾਂ,
ਅੱਜ ਮਿਲਣ ਆਇਆ ਤੇ ਪਹਿਚਾਣਦਾ ਨਹੀਂ, ਬਸ ਉਹਦੇ ਚਰਨਾਂ ਤੇ ਟਹਿ ਪਿਆ, ਰੱਬ ਜੀ ਤੁਸੀਂ ਆ ਗਏ ਹੋ। ਇਹ ਵੀ ਗੁਰੂ ਨਾਨਕ ਦੇ ਘਰ ਦਾ ਵੱਖਰਾ ਹੀ ਅਸੂਲ, ਇਹਨਾਂ ਦਰਸ਼ਨ ਖੁਦ ਦੇਣ ਜਾਂਦੇ ਨੇ, ਬੂਹਾ ਖੜਕਾ ਕੇ ਪਹਿਚਾਣ ਵੀ ਕਰੋ। ਭਾਈ ਸੱਧੂ ਕਹਿੰਦਾ ਮਹਾਰਾਜ ਕਿਤੇ ਕਿਰਪਾ ਕਰੋ, ਭਾਵਨਾ ਦੇ ਬੱਝੇ ਹੋਏ ਹੋ, ਕਿਤੇ ਮੇਰੇ ਘਰੇ ਵੀ ਇੱਕ ਰਾਤ ਤੁਹਾਡਾ ਵਾਸਾ ਹੋਵੇ। ਸਰਬ ਸੇਵ ਠਾਨੋ ਨਿਜ ਕਰਹੀ। ਤੇ ਮੈਂ ਮਹਾਰਾਜ ਤੁਹਾਡੀ ਸੇਵਾ ਕਰਾਂਗਾ, ਵੱਧ ਚੜ ਕੇ, ਜ਼ੋਰ ਲਾ ਕੇ, ਵਾਹ ਲਾ ਕੇ। ਗਰੀਬ ਤੇ ਇਹੀ ਹੁੰਦਾ ਨਾ, ਉਹ ਆਪਾ ਵਾਰ ਦਿੰਦਾ, ਸੇਵਾ ਕਰਨ ਲੱਗਿਆ ਮਹਾਰਾਜ ਮੈਂ ਸੇਵਾ ਕਰਾਂਗਾ ਤਨੋ ਮਨੋ ਆਪ ਜੀ ਦੀ। ਕਰਨ ਆਹਾਰ ਆਦ ਜੇ ਸੇਵਾ। ਮਹਾਰਾਜ ਭੋਜਨ ਤੋਂ ਲੈ ਕੇ ਰਹਿਣ ਤਿਕਰ ਦੀਆਂ ਤਮਾਮ ਸੇਵਾਵਾਂ ਕਰਵਾਵਹਿ ਮੋਤੇ ਗੁਰਦੇਵਾ। ਤੇ ਗੁਰੂ ਜੀ ਕਿਤੇ ਦਇਆ ਕਰੋ, ਤੁਸੀਂ ਰਾਤ ਵਾਸਾ ਕਰੋ ਤੇ ਮੇਰੇ ਕੋਲੋਂ ਇਹ ਸਾਰੀਆਂ ਸੇਵਾਵਾਂ ਆਪ ਲਵੋ। ਬਨੋ ਕਿਰਤਾਰਥ ਪੂਰਹਿ ਆਸਾ। ਮਹਾਰਾਜ ਤੁਹਾਡੀ ਸੇਵਾ ਕਰਕੇ ਕਿਰਤਾਰਥ ਹੁੰਦਾ, ਜੀਵਨ ਦਾ ਸਫਲ ਹੋ ਜਾਣਾ। ਮਹਾਰਾਜ ਮੇਰਾ ਜੀਵਨ ਸਫਲ ਹੋਵੇਗਾ ਜੇ ਤੁਹਾਡੇ ਚਰਨ ਪੈਣਗੇ ਤੇ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਮੇਰੀਆਂ ਆਸਾਂ ਪੂਰੀਆਂ ਹੋਣਗੀਆਂ ਸੱਚੇ ਪਾਤਸ਼ਾਹ, ਤੁਹਾਡੇ ਦਰਸ਼ਨਾਂ ਦੀਆਂ, ਤੁਹਾਡੀਆਂ ਸੇਵਾਵਾਂ ਦੀਆਂ ਜੋ ਮੈਂ ਆਸਾਂ ਰੱਖਦਾ ਹਾਂ ਉਹ ਪੂਰੀਆਂ ਹੋਣਗੀਆਂ। ਸਿਮਰਤ ਸਤਿਗੁਰ ਧਰ ਭਰਵਾਸਾ। ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ ਤੇ ਭਰੋਸਾ ਪੱਕਾ ਹੈ। ਮੈਂ ਦੁਪਹਿਰੇ ਵੀ ਬੇਨਤੀ ਕੀਤੀ ਸੀ, ਜਦ ਤੱਕ ਭਰੋਸਾ ਨਹੀਂ ਤੇ 5 ਰੁਪਏ ਵੀ ਕਿਸੇ ਨੂੰ ਨਹੀਂ ਦਿੱਤੇ ਜਾ ਸਕਦੇ। ਜੇ ਭਰੋਸਾ ਨਹੀਂ ਤੇ ਉਹਦੇ ਨਾਲ ਸਾਂਝ ਨਹੀਂ ਪਾਈ ਜਾ ਸਕਦੀ। ਜੇ ਭਰੋਸਾ ਨਹੀਂ, ਪਤੀ ਤੇ ਪਤਨੀ ਦਾ ਬੜਾ ਵੱਡਾ ਇਹ ਰਿਸ਼ਤਾ ਹੈ, ਪਲਾਂ ਵਿੱਚ ਟੁੱਟ ਕੇ ਉਹ ਚੂਰ ਹੋ ਜਾਂਦਾ ਹੈ। ਇਹ ਬਹੁਤ ਤਗੜਾ ਰਿਸ਼ਤਾ ਹੈ ਜੀ, ਪਤੀ ਤੇ ਪਤਨੀ ਦਾ, ਜਿਹੜਾ ਧਰੋਂ ਦਰਗਾਹ ਲਿਖਿਆ ਹੁੰਦਾ ਹੈ, ਪਰ ਬਿਨਾਂ ਭਰੋਸੇ ਤੋਂ ਪਲਾਂ ਵਿੱਚ ਟੁੱਟ ਕੇ ਖਤਮ ਹੋ ਜਾਂਦਾ ਹੈ। ਗੁਰੂ ਤੇ ਜੇ ਭਰੋਸਾ ਨਹੀਂ, ਕਥਾ ਕਹਾਣੀਆਂ ਕੀਰਤਨ ਇਹ ਸਿਰ ਦੇ ਉੱਤੋਂ ਹੀ ਲੰਘ ਜਾਂਦੀਆਂ ਨੇ। ਬੰਦਾ ਨਾ ਗੁਰੂ ਦੇ ਮਾਰਗ ਤੇ ਚੱਲਦਾ ਤੇ ਨਾ ਗੁਰੂ ਵਾਲਾ ਬਣਦਾ ਤੇ ਨਾ ਸਿਮਰਨ ਵਾਲੇ ਪਾਸੇ ਹੁੰਦਾ। ਹਾਂ ਭਰੋਸਾ ਵੱਜ ਜਾਏ ਗੁਰੂ ਤੇ, ਫਿਰ ਇਹਨੂੰ ਕਹਿਣ ਦੀ ਲੋੜ ਨਹੀਂ, ਫਿਰ ਆਪਣੇ ਆਪ ਹੀ ਭਰੋਸਾ ਹੈ। ਭਾਈ ਸੱਧੂ ਨੂੰ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਇੱਛਾ ਪੂਰ ਕੇ ਆਸਾਂ ਨੂੰ ਪੂਰੀਆਂ ਕਰਨ ਵਾਲਾ, ਜ਼ਰੂਰ ਗਰੀਬਾਂ ਨੇ, ਅਨਾਥਾਂ ਯਤੀਮਾਂ ਦਾ ਮਾਲਕ ਹੈ। ਮੇਰੇ ਗਰੀਬ ਦੀ ਜ਼ਰੂਰ ਬੇਨਤੀ ਸੁਣ ਕੇ ਮੇਰੇ ਘਰੇ ਜ਼ਰੂਰ ਆਉਣਗੇ, ਆਸ ਰੱਖੀ ਹੈ ਜੀ। ਨਿਸ ਦਿਨ ਜਿਸ ਕੇ ਉਰ ਲਿਵ ਲਾਗੀ। ਤੇ ਰਾਤ ਪਰ ਦਿਨ ਲਿਵ, ਇਹ ਨਹੀਂ ਵੀ ਕਦੇ ਕਦਾਈ। ਮਹਾਰਾਜ ਕਹਿੰਦੇ ਨੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਕਲ ਕਲੇਸ਼ ਲੋਭ ਮੋਹ ਮਹਾ ਭਵ ਜਲ ਤਾਰੇ। ਮਹਾਰਾਜ ਕਹਿੰਦੇ ਤੂੰ ਇੱਕ ਨੂੰ ਸਿਮਰ, ਖਿਆਲ ਕਰੇ ਵੀ ਸਿਮਰਨ ਨਾਲ ਕਲ ਕਲੇਸ਼ ਲੋਭ ਮੋਹ ਮਹਾ ਭਵ ਜਲ ਤਾਰੇ। ਇਹ ਕਲ ਕਲੇਸ਼, ਇਹ ਲੋਭ, ਇਹ ਮੋਹ, ਇਹ ਸਭ ਖਤਮ ਹੋ ਜਾਣਗੇ। ਹੁਣ 5 ਮਿੰਟ ਜਪਿਆਂ ਤੇ ਨਹੀਂ ਨਾ ਖਤਮ ਹੁੰਦੇ ਨਾ। ਬੰਦੇ ਨੂੰ ਡਾਕਟਰ ਬਣਾਉਣਾ ਹੋਵੇ, ਬੱਚੇ ਨੂੰ, ਤੇ 18 ਸਾਲ ਪੜ੍ਹਾਈ ਕਰਾਉਣੀ ਪੈਂਦੀ, ਫਿਰ ਡਾਕਟਰ ਬਣਦਾ। 18-20 ਸਾਲ ਫਿਰ ਜਾ ਕੇ ਡਾਕਟਰ ਬਣਦਾ। ਡਾਕਟਰ ਬਣ ਕੇ ਵੀ ਉਹ ਪ੍ਰੈਕਟਿਸ ਕਰਦਾ ਦੂਜੇ ਡਾਕਟਰ ਕੋਲ ਬਹਿ ਕੇ। ਵੀ ਜ਼ਿੰਦਗੀ ਦੇ ਉਹ 22-23 ਸਾਲ ਲਾ ਦਿੰਦਾ ਡਾਕਟਰ ਬਣਨ ਲਈ। ਫਿਰ ਕਿਸੇ ਦੀ ਨਬਜ਼ ਫੜਦਾ ਤੇ ਨਬਜ਼ ਫੜ ਕੇ ਫਿਰ ਉਹਨੂੰ ਠੀਕ ਕਰਦਾ, ਟੀਕੇ ਲਾ, ਦਵਾਈਆਂ ਲਾ। ਤੇ ਜਿਹੜਾ ਫਿਰ ਪ੍ਰਭੂ ਭਗਤੀ ਲਈ 18-20 ਸਾਲ ਲਾ ਦੇ, ਫਿਰ ਇਹ ਨਬਜ਼ ਵੇਖਣ ਤੋਂ ਬਿਨਾਂ ਦਵਾਈਆਂ ਤੋਂ ਹੀ ਠੀਕ ਕਰ ਦਿੰਦਾ। ਫਰਕ ਕਿੰਨਾ ਹੀ ਹੁੰਦਾ। ਮਿਹਨਤ ਹੈ, ਕਲ ਕਲੇਸ਼ ਚਲੇ ਜਾਂਦੇ ਨੇ, ਪਰ 5 ਮਿੰਟ ਦੇ ਜਾਪ ਨਾਲ ਨਹੀਂ। ਮਹਾਰਾਜ ਨੂੰ ਪੁੱਛਿਆ ਗਿਆ ਜੀ ਇਹ ਕਲ ਕਲੇਸ਼ ਲੋਹ ਮੋਹ ਮਹਾ ਭਵ ਜਲ ਤਾਰੇ ਕਿੰਨਾ ਕੁ ਸਮਾਂ? ਮਹਾਰਾਜ ਕਹਿੰਦੇ ਨੇ ਸਾਸ ਸਾਸ ਨਿਮਖ ਨਿਮਖ ਦਿਨ ਸਰੈਨ ਚਤਾਰੇ। ਜਪਣਾ ਕਿੰਨਾ ਜੀ? ਸਾਸ ਸਾਸ ਨਿਮਖ ਨਿਮਖ ਦਿਨ ਸਰੈਨ ਚਤਾਰੇ। ਜਦੋਂ ਇਸ ਅਵਸਥਾ ਵਿੱਚ ਮਨੁੱਖ ਚਲਾ ਜਾਂਦਾ ਹੈ, ਸਾਸ ਸਾਸ ਦਿਨ ਸਰਾਤ ਨਿਮਖ ਨਿਮਖ ਚਤਾਰਦਾ ਹੈ, ਫਿਰ ਉਹ ਕਹਿਣ ਦਾ ਹੱਕਦਾਰ ਹੈ ਵੀ ਹਾਂ ਮਹਾਰਾਜ, ਵੀ ਹੁਣ ਕਲ ਕਲੇਸ਼ ਲੋਭ ਮੋਹ ਕੱਟੇ ਗਏ। ਜੇ ਮੇਰੇ ਵਾਂਗੂ ਹਫ਼ਤੇ ਬਾਅਦ ਐਤਵਾਰ ਹੀ ਸਿਮਰਨ ਕਰਨਾ, ਫਿਰ ਤੇ ਚੜ੍ਹਦੀ ਕਲਾਈ ਹੈ ਨਾ। ਨਹੀਂ,
ਇਸ ਜਗ੍ਹਾ ਤੇ ਆ ਕੇ ਫਿਰ ਇਹ ਚੀਜ਼ਾਂ ਖਤਮ ਹੁੰਦੀਆਂ ਨੇ। ਹੁਣ ਤੇ ਮਹਾਰਾਜ ਨੇ ਬਚਨ ਕੀਤੇ ਨੇ ਜਪਜੀ ਸਾਹਿਬ ਵਿੱਚ ਵੀ ਇਹ ਗਾਵੀਐ ਸੁਣੀਐ ਮਨ ਰੱਖੀਐ ਭਾਓ ਦੁੱਖ ਪਰ ਹਰ ਸੁਖ ਕਰ ਲੈ ਜਾਏ। ਮਹਾਰਾਜ ਬਚਨ ਕੀਤੇ ਨੇ, ਸੁਣਿਆ ਦੁਖ ਪਾਪ ਕਾ ਨਾਸ ਨਾਨਕ ਭਗਤਾ ਸਦਾ ਵੇਗ। ਉਹ ਪਹਿਲਾਂ ਭਗਤ ਬਣਿਆ ਫਿਰ ਵਿਕਾਸ ਵਿੱਚ ਜਾਂਦਾ ਹੈ। ਪਹਿਲਾਂ ਡਾਕਟਰ ਬਣਿਆ ਫਿਰ ਕਿਸੇ ਦਾ ਇਲਾਜ ਕਰਦਾ। ਤੇ ਡਾਕਟਰ ਬਣਨ ਲਈ ਜਿੰਨੀ ਮਿਹਨਤ ਹੈ ਉਹਦੇ ਨਾਲੋਂ ਦੁੱਗਣੀ ਮਿਹਨਤ ਭਗਤ ਬਣਨ ਲਈ ਹੈ। ਉਹ ਨਹੀਂ ਵਿਕਾਸ ਆਉਂਦਾ। ਉਹਦੇ ਜਪਜੀ ਪੜ੍ਹ ਕੇ ਵੀ ਕਈ ਵਿਚਾਰੇ ਲੜਦੇ ਰਹਿੰਦੇ ਨੇ, ਸੜੇ ਰਹਿੰਦੇ ਨੇ, ਉਹ ਖੇੜਾ ਨਹੀਂ। ਜਦ ਤੱਕ ਇਸ ਲੇਬਲ ਤੇ ਨਹੀਂ ਆਉਂਦੇ, ਜਿਵੇਂ 100 ਡਿਗਰੀ ਤੇ ਜਾ ਕੇ ਪਾਣੀ ਭਾਫ ਬਣਦਾ ਨਾ, 98 ਤੇ ਕਦੀ ਭਾਫ ਨਹੀਂ ਬਣਦਾ। ਜਿਸ ਲੇਬਲ ਤੇ ਜਾ ਕੇ ਜਿਸ ਚੀਜ਼ ਨੇ ਜੰਮਣਾ ਹੋਵੇ, ਜੇ ਪਾਣੀ ਤੋਂ ਭਾਫ ਬਣਨਾ ਹੋਵੇ, ਉਸ ਲੇਬਲ ਤੋਂ ਥੱਲੇ ਰਹਿ ਜਾਵੇ ਭਾਵੇਂ 2 ਪੁਆਇੰਟ ਨਹੀਂ ਹੋਵੇਗਾ। ਇਹ ਵੀ ਇੱਕ ਲੇਬਲ ਹੈ। ਸਾਸ ਸਾਸ ਨਿਮਖ ਨਿਮਖ ਦਿਨ ਸਰੈਣ ਚਤਾਰ ਵਾਲਾ। ਜਦੋਂ ਇੱਥੇ ਮਨੁੱਖ ਦਾ ਅੰਦਰ ਚੱਲ ਜਾਏਗਾ ਫਿਰ ਕਹਿਣਾ ਪਏਗਾ ਨਾਨਕ ਭਗਤਾ ਸਦਾ ਵਿਕਾਸ। ਉਹ ਨਹੀਂ ਹੈ, ਪੜ੍ਹਨਾ ਪਏਗਾ, ਜਪਣਾ ਇਹੀ ਪਏਗਾ। ਅੱਗ ਉਹੀ ਬਾਲਣੀ ਪਏਗੀ ਕਿ ਇਹਦਾ ਟੈਂਪਰੇਚਰ 100 ਤੇ ਚਲਾ ਜਾਏ ਤੇ ਪਾਣੀ ਭਾਫ ਬਣ ਜਾਏ। ਚੱਲਦਾ ਇੱਥੋਂ ਹੀ ਹੈ, ਹੋਰ ਕੋਈ ਦੂਜਾ ਰਸਤਾ ਨਹੀਂ। ਉੱਥੇ ਆ ਕੇ ਫਿਰ ਕਲ ਕਲੇਸ਼ ਲੋਭ ਮੋਹ ਮਹਾਭਵ ਜਲ ਤਾਰੇ। ਇਹਨੂੰ ਕਹਿੰਦੇ ਨੇ ਨਿਸ ਦਿਨ ਜਿਸਕੇ ਓਰਲੇ ਵਲਾਗੇ। ਰਾਤ ਪਰ ਦਿਨ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਜਾਪ ਜਪਦਾ ਤੇ ਲਿਵ ਟੁੱਟਦੀ ਨਹੀਂ। ਲੱਗੀ ਹੋਈ ਲੇਵੇ ਸਤਿਗੁਰਾਂ ਦੇ ਨਾਲ। ਮੈਂ ਕਿਹੇ ਸਮੇਂ ਬਨਹੁ ਬੜ ਭਾਗੀ। ਹਰ ਵੇਲੇ ਅਰਦਾਸ ਹੁੰਦੀ ਹੈ, ਦਾਤਾ ਕਦੋਂ ਚਰਨ ਪਾਓਗੇ, ਕਦੋਂ ਦਰਸ਼ਨ ਦਿਓਗੇ ਤੇ ਕਦੋਂ ਮੈਂ ਵਡਭਾਗਾ ਬਣਾਂਗਾ। ਕੀਰਤਨ ਮੇਲ ਕਰਤ ਬਹੁ ਤੇਰਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦਾ ਕੀਰਤਨ ਵਡਿਆਈ ਮਹਿਮਾ ਬੜੀ ਕਰਦਾ ਹਾਂ ਜੀ। ਹਿਰਦੇ ਪ੍ਰਤੀਖਤ ਸੰਜ ਬਸੇਰਾ ਸੰਜ ਸਵੇਰਾ। ਮੈਂ ਰਾਤ ਪਰ ਦਿਨ ਆਪ ਦੀ ਮਹਿਮਾ ਗਾਇਨ ਕਰਦਾ ਹਾਂ ਤੇ ਰਾਤ ਪਰ ਦਿਨ ਤੁਹਾਡੇ ਅੱਗੇ ਅਰਦਾਸਾਂ ਕਰਦਾ ਹਾਂ ਜੀ। ਕਰਨ ਕਾਮਨਾ ਪੂਰਨ ਤਾਹੀ। ਮਹਾਰਾਜ ਆਪਣੇ ਪਿਆਰਿਆਂ ਦੀਆਂ ਇੰਨੀਆਂ ਅਰਦਾਸਾਂ ਬੇਨਤੀਆਂ ਸੁਣ ਕੇ ਮੈਂ ਨਾ ਕਦੀ ਕਦੀ ਸੋਚਦਾ, ਰੱਬ ਦੀ ਬੰਦਗੀ, ਰੱਬ ਨੂੰ ਨੌਕਰ ਬਣਾਉਣਾ। ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ। ਵੀ ਰੱਬ ਵਸ ਭਗਤਾਂ ਨੇ ਕੀਤਾ ਤੇ ਰੱਬ ਨੂੰ ਵਸ ਕਰਨਾ, ਪਰ ਡੋਰੀਆਂ ਪ੍ਰੇਮ ਦੀਆਂ। ਫਿਰ ਤੇ ਜੋ ਰੱਬ ਕਹਿੰਦਾ ਉਹੀ, ਉਹ ਸਾਧੂ ਜੋ ਕਹਿੰਦਾ ਉਹੀ ਹੁੰਦਾ। ਇਹ ਨਹੀਂ ਵੀ ਨਹੀਂ। ਇੱਕ ਤੁਹਾਨੂੰ ਮੈਂ ਘਟਨਾ ਸੁਣਾਉਣਾ ਇੱਕ ਸਾਧੂ ਦੀ। ਇਹ ਵਲਟੋਏ ਦੇ ਲਾਗੇ ਆ ਰਤੋ ਕੇ ਪਿੰਡ। ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਉੱਥੋਂ ਦੇ ਹੋਏ ਨੇ। ਉਹ ਨਿਹੰਗ ਸਿੰਘ ਸੰਪਰਦਾ ਤੇ ਹੈ ਨਿਰਮਲੇ ਸੀ। 1947 ਚ ਚੜ੍ਹਾਈ ਕੀਤੀ। ਭੂਰਿਆਂ ਦੇ ਲਾਗੇ ਇੱਕ ਗਦਲੀ ਪਿੰਡ ਹੈ, ਉੱਥੋਂ ਦੀ ਘਟਨਾ ਹੈ। ਉੱਥੇ ਜਿਵੇਂ ਆਪਣੇ ਨਗਰਾਂ 'ਚ ਜੋੜ ਮੇਲੇ ਹੁੰਦੇ ਨੇ ਨਾ ਸਾਲ ਬਾਅਦ, ਉੱਥੇ ਜੋੜ ਮੇਲਾ ਹੁੰਦਾ ਸੀ ਤੇ ਮਹਾਂਪੁਰਖਾਂ ਨੇ ਘੋੜਿਆਂ ਸਮੇਤ ਜਥੇਬੰਦੀ ਨੇ ਆਉਣਾ ਤੇ ਉਦੋਂ 2-4 ਦਿਨ ਉੱਥੇ ਰਹਿਣਾ। ਜੋੜ ਮੇਲਾ ਸਮਾਪਤੀ ਤੋਂ ਬਾਅਦ ਜਾਣਾ। ਪੁਰਾਣਾ ਜ਼ਮਾਨਾ ਸੀ ਵੀ ਜਦੋਂ ਘੋੜਿਆਂ ਵਾਲਿਆਂ ਸਿੰਘਾਂ ਨੇ ਆਉਣਾ ਜਾਂ ਹੋਰ ਨੇ ਆਉਣਾ, ਫਿਰ ਲੋਕਾਂ ਘਰੇ ਪ੍ਰਸ਼ਾਦਾ ਹੁੰਦਾ ਸੀ, ਵਾਰੀ ਵਾਰੀ ਪ੍ਰਸ਼ਾਦਾ ਕਰਨਾ। ਹੁਣ ਘਟ ਗਿਆ, ਹੁਣ ਤੇ ਬਹੁਤ ਘਟ ਗਿਆ। ਹੁਣ ਤੇ ਚਲੋ ਉਹ ਮਹਾਂਪੁਰਖ ਪਿੰਡ 'ਚ ਗਰੀਬ ਸਿੱਖ ਸੀ ਤੇ ਉਹਦੀਆਂ 5-6 ਕੁੜੀਆਂ ਸੀ। 5-6 ਕੁੜੀਆਂ ਤੇ ਉਹ ਪਰਿਵਾਰ ਨੇ ਤੇ ਕੋਈ ਨਗਰ ਨਿਵਾਸੀਆਂ ਨੇ ਜੁੜ ਕੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਂਪੁਰਖਾਂ ਨੂੰ, ਬਾਬਾ ਹਰਨਾਮ ਸਿੰਘ ਜੀ ਨੂੰ ਵੀ ਆਪ ਜੀ ਦਾ ਪ੍ਰਸ਼ਾਦਾ ਸੇ ਗੁਰਸਿੱਖ ਘਰੇ ਆ
ਤੇ ਪ੍ਰਸ਼ਾਦਾ ਛਕਣ ਗਏ ਤੇ ਪਿੰਡ ਵਾਲੇ ਵੀ ਇਕੱਠੇ ਸੀ ਨਗਰ ਤੇ ਬੇਨਤੀ ਕੀਤੀ, ਮਹਾਰਾਜ 5-6 ਕੁੜੀਆਂ ਨੇ ਭਚੰਗੀ ਦੀ ਦਾਤ ਬਖਸ਼ੋ। ਗ੍ਰਸਤੀਆਂ ਨਾ ਜੀ ਆਪਾਂ, ਇਹ ਆਸਾਂ ਬਣੀਆਂ ਰਹਿਣਗੀਆਂ। ਜਿੰਨਾ ਚਿਕਰ ਇੱਥੋਂ ਉੱਠ ਕੇ ਤਾਂ ਨਹੀਂ ਜਾਂਦੇ ਉਹਨਾਂ ਚਿਕਰ ਖਿੱਚ ਬਣੀ ਰਹੇਗੀ। ਬੇਨਤੀ ਕੀਤੀ, ਮਹਾਂਪੁਰਖਾਂ ਨੇ ਪ੍ਰਸ਼ਾਦਾ ਛਕਿਆ। ਅਰਦਾਸ ਬੇਨਤੀ ਤੁਹਾਨੂੰ ਪਤਾ ਹੀ ਲੰਗਰ 'ਚ ਹੁੰਦੀ ਹੈ। ਕੀਤੀ ਅਰਦਾਸ ਬੇਨਤੀ, ਮਹਾਰਾਜ ਪੁੱਤ ਦੀ ਦਾਤ ਬਖਸ਼ੋ। ਚਲੋ ਸਮਾਂ ਬੀਤਿਆ, ਅਗਲਾ ਸਾਲ ਆ ਗਿਆ, ਮੇਲਾ ਫੇਰ ਆ ਗਿਆ, ਫੌਜਾਂ ਫੇਰ ਆ ਗਈਆਂ, ਨਿਹੰਗ ਸਿੰਘ ਆ ਗਿਆ, ਮਹਾਂਪੁਰਖ ਆ ਗਿਆ। ਪਰ ਉਧਰ 2 ਮਹੀਨਿਆਂ ਦੀ ਕੁੜੀ ਹੋ ਚੁੱਕੀ ਸੀ। 9-10 ਮਹੀਨਿਆਂ ਬਾਅਦ ਬੱਚਾ ਹੁੰਦਾ ਹੈ ਨਾ। ਉਹ 5-6 ਅੱਗੇ ਸੀ, 7ਵੀਂ ਫੇਰ ਆ ਗਈ। ਹੈ ਬੜਾ ਗਰੀਬ ਸੀ ਉਹ ਵਿਚਾਰਾ, ਗਦਲੀ ਪਿੰਡ ਦੀ ਹੈ। ਤੇ ਮਹਾਂਪੁਰਖ ਆਏ ਜੋੜ ਮੇਲਾ ਤੇ ਉਹ ਪਿੰਡ ਦਿਆਂ ਨੇ ਮਹਾਂਪੁਰਖਾਂ ਨੂੰ ਕਿਹਾ, ਮਹਾਂਪੁਰਖ ਵੀ ਬੜਾ ਗਰੀਬ ਸੀ, ਸਿੱਖ ਦੇ ਪਿਛਲੇ ਸਾਲ ਆਪਾਂ ਲੰਗਰ ਛਕਿਆ, ਸਾਰਿਆਂ ਨੇ ਬੇਨਤੀ ਕੀਤੀ, ਤੁਸੀਂ ਵੀ ਕੀਤੀ ਤੇ ਮਹਾਰਾਜ ਉੱਥੇ ਉਹਦੇ ਘਰੇ ਫਿਰ ਭਚੰਗਣ ਹੋ ਗਈ। ਮਹਾਂਪੁਰਖ ਕਹਿੰਦੇ ਨਹੀਂ ਭਚੰਗਣ ਕਾਹਨੂੰ, ਭਚੰਗੀ ਦੀ ਅਰਦਾਸ ਕੀਤੀ। ਉਹ ਕਹਿੰਦੇ ਜੀ 2 ਮਹੀਨਿਆਂ ਦੀ ਹੋ ਗਈ। ਕਹਿੰਦੇ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ। ਉਹ ਮਹਾਂਪੁਰਖ ਬੈਠੇ ਸੀ, ਨਿਹੰਗ ਸਿੰਘ ਸੀ, ਉੱਠ ਕੇ ਤੁਰ ਪਏ, ਕਹਿੰਦੇ ਚਲ ਚਲੀਏ ਵੇਖ ਕੇ ਆਈਏ। ਉਹ ਗਰੀਬ ਘਰੇ ਗਏ ਹਨਾ, 5-7-10 ਪਿੰਡ ਦੇ ਨਾਲ। ਮਹਾਂਪੁਰਖ ਕਹਿੰਦੇ ਜਾ ਚੁੱਕ ਕੇ ਲਿਆਓ ਵੀ ਭਚੰਗਣ ਕਿਵੇਂ ਆ ਗਈ, ਅਰਦਾਸ ਭਚੰਗੀ ਦੀ ਕੀਤੀ ਹੈ। ਉਹ ਲੈ ਕੇ ਕਹਿੰਦੇ ਨਹੀਂ 2 ਮਹੀਨਿਆਂ ਦੇ, ਕਹਿੰਦੇ ਚੁੱਕ ਕੇ ਲਿਆਓ। ਜੇ ਚੁੱਕ ਕੇ ਲੈ ਕਹਿੰਦੇ ਨੂੰ ਵੇਖੋ, ਜਦੋਂ ਵੇਖਿਆ ਤੇ ਭਚੰਗੀ। ਆਖੋ ਸਤਨਾਮ ਸਿੰਘ। ਇਹਨੂੰ ਕਹਿੰਦੇ ਨੇ ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਵੀ ਇਹ ਗੱਲ ਥੋੜਾ, ਇਹ ਪਿਆਰ ਦੀ ਖੇਡ ਹੁੰਦੀ ਹੈ ਰੱਬ ਨਾਲ, ਕਿਉਂਕਿ ਉਹ ਸਾਧੂਆਂ ਦਾ ਸਰੂਪ ਹੁੰਦੇ ਨੇ ਨਾ। ਇਹ ਕੋਈ ਰੱਬ ਦੇ ਨਾਲ ਕੋਈ ਉਹ ਚੀਜ਼ ਨਹੀਂ ਹੁੰਦੀ ਵੀ ਗੁੱਸਾ ਦੇ ਗਿਲਾ, ਨਹੀਂ, ਪਿਆਰ ਹੀ ਹੁੰਦਾ, ਇਹ ਪ੍ਰੇਮ ਦੀ ਭਾਵਨਾ ਹੁੰਦੀ ਹੈ। ਮੈਂ ਬੇਨਤੀ ਕਰ ਰਿਹਾ ਸੀ ਵੀ ਕਰਨ ਕਾਮਨਾ ਪੂਰਨਤਾ ਹੀ, ਮਹਾਰਾਜ ਆਪਣੇ ਪਿਆਰਿਆਂ ਦੀ ਆਪ ਜੀ ਕਾਮਨਾ ਪੂਰੀਆਂ ਕਰਦੇ ਹੋ। ਸਭ ਤਜ ਗਏ ਸਿੱਖ ਘਰ ਮਾਹੀ, ਮਹਾਰਾਜ ਆਪ ਜੀ ਤੇ ਐਸੇ ਹੋ ਲਾਲੂ ਨੂੰ ਮਿਲਣ ਗਏ, ਸਾਰਿਆਂ ਦੇ ਘਰ ਛੱਡ ਕੇ ਗਰੀਬ ਲਾਲੂ ਦੇ ਘਰੇ ਗਏ। ਊਚ ਨੀਚ ਕੀ ਪਰਖ ਨਾ ਕੋਈ, ਮਹਾਰਾਜ ਤੁਸੀਂ ਕੋਈ ਉੱਚਾ ਨੀਵਾਂ ਨਹੀਂ ਵੇਖਦੇ ਹੋ, ਕੋਈ ਜਾਤ ਪਾਤ ਨਹੀਂ ਵੇਖਦੇ ਹੋ, ਸੱਚੇ ਪਾਤਸ਼ਾਹ ਭਾਵਨਾ ਨੂੰ ਵੇਖਦੇ ਹੋ। ਪ੍ਰੇਮ ਬਿਲੋਕਤ ਹਰ ਗੁਰ ਸੋਈ, ਹਾਂ ਸੱਚੇ ਪਾਤਸ਼ਾਹ ਜੀ ਤੁਹਾਡਾ ਧਰਮ ਹੈ, ਤੁਸੀਂ ਕੇਵਲ ਪ੍ਰੇਮ ਵੇਖਦੇ ਹੋ, ਹੋਰ ਕੁਝ ਵੀ ਨਹੀਂ ਵੇਖਦੇ ਹੋ। ਦੋਹਰਾ ਸੱਦੂ ਸਿੱਖ ਸਭਾਰ ਜਾ, ਪ੍ਰੇਮ ਕਰੇ ਮਨ ਮਾਹੇ। ਹਾਂ ਇੱਕ ਹੋਰ ਚੀਜ਼ ਹੈ, ਕਹਿਣ ਲੱਗੇ ਸੱਦੂ ਸਿੱਖ ਸਾ ਭਾਰ ਜਾ ਮੈਨੇ ਪਤਨੀ। ਇਹ ਬੜਾ ਜ਼ਰੂਰੀ ਹੈ ਕਿ ਪਤਨੀ ਦਾ ਵੀ ਭਗਤੀ ਵਿੱਚ ਸਾਥ ਦੇਣਾ ਬਹੁਤ ਜ਼ਰੂਰੀ ਹੈ। ਜਦੋਂ ਆਪ ਜੀ ਆਰਤੀ ਪੜ੍ਹਦੇ ਹੋ ਤੇ ਭਗਤ ਧੰਨੇ ਨੇ ਤੇ ਮਹਾਰਾਜ ਅਕਾਲ ਪੁਰਖ ਅੱਗੇ ਬੇਨਤੀ ਕਰਤੀ, ਮਹਾਰਾਜ ਕਿਰਪਾ ਕਰਿਓ ਵੀ ਜਿੱਥੇ ਦਾਲ ਸੀਧਾ ਮੰਗੋ ਘਿਓ, ਹਮਰਾ ਖੁਸ਼ੀ ਕरें त जियो, पुनिया शादन निका नाज मंगो सत सीका, गो भेस मंगो लावेरी। एक ताजन तुरी चंगेरी, जिथे रोटी पानी घिओ खंड सारा कुछ मंगिया ना भगत धन्ने ने। एक घोड़ी भी मंगी भी भगत तेरा होवे, तुर के तुरया फिरे सोहनी जी घोड़ी भी जो। एक ताजन तुरी चंगेरी, ताजन हुंदी घोड़ी भी चंगी घोड़ी भी दिया जे भी तुरना फिरना गांह पिछां जाना। एक चीज़ होर मंगी, ये बड़ी जरूरी अज दे जमाने च। इन्ना कुछ मंगण तो बाद आटा दाना घोड़ी घर बार ते कहंदे महाराज एक होर भी कृपा करिया जे, सारे फिक्के हो जाने कि घर की गीहन चंगी जन धन्ना लेवै मंगी। जे किते ओह पुठी आ गई ते भगती भी गई ते ये भी सब कुछ फिक्का ही पै जाना। ये बड़ा जरूरी है। दो जियां दा आपसी सुभाव मिल जाना, इनू कहंदे ने स्वर्ग। गुरु के सिख दा ते गुरु दा सुभाव मिल जाना,
ਇਹਨੂੰ ਕਹਿੰਦੇ ਨੇ ਖਾਲਸਾ ਮੇਰੂ ਰੂਪ ਹੈ ਖਾਸ। ਜੇ ਸਿੱਖ ਦੀ ਕਿਰਪਾਨ ਤੇ ਪਾਈ ਗਾਤਰੇ ਮਿਲੀ ਹੈ ਗੁਰੂ ਨਾਲ ਤੇ ਸੁਭਾਅ ਨਹੀਂ ਮਿਲਿਆ, ਉਹ ਕਿਰਪਾਨ ਅੱਜ ਵੀ ਕਿੱਲੀ ਤੇ ਆ ਤੇ ਕੱਲ ਵੀ ਕਿੱਲੀ ਤੇ ਆ। ਬੜੇ ਲਾ ਦਿੰਦੇ ਨੇ। ਕਿਰਪਾਨ ਸੀ ਨਾ ਕੱਲੀ, ਸੁਭਾਅ ਨਹੀਂ ਸੀ। ਸੁਭਾਅ ਮਿਲਣਾ ਬੜਾ ਲਾਜ਼ਮੀ ਹੈ। ਪਤੀ ਔਰ ਪਤਨੀ ਦਾ ਸੁਭਾਅ ਇੱਕ ਹੋਣਾ ਬੜਾ ਲਾਜ਼ਮੀ ਹੈ। ਨਹੀਂ ਤਾਂ ਭਾਂਡੇ ਖੜਕਦੇ ਰਹਿਣਗੇ, ਦਿਨ ਕੀ ਸ਼ਾਮ ਕੀ ਸਵੇਰ ਕੀ ਦੁਪਹਿਰ ਕੀ ਟਾਂ ਹੁੰਦੀ ਰਹੇਗੀ। ਉਹ ਟਾਂ ਵਿਚਾਰੀ ਵਿਗੜ ਜਾਏਗੀ ਫਿਰ ਅਸਲੋਂ ਹੀ। ਬੜਾ ਜ਼ਰੂਰੀ। ਤੇ ਧੰਨੇ ਨੇ ਪਹਿਲਾਂ ਹੀ ਬੇਨਤੀ ਕਰਤੀ, ਮਹਾਰਾਜ ਇਹ ਨਾ ਵੀ ਸ਼ਾਮ ਸਵੇਰੇ ਮੈਂ ਚੌਂਕੜੀ ਲਾਵਾਂ ਤੇ ਟਾਂ ਹੁੰਦੀ ਫਿਰੇ, ਤੂੰ ਕਿਰਪਾ ਇੱਕ ਕਰਦੀ। ਘਰ ਕੀ ਗਈ ਹਨ ਚੰਗੀ ਵੀ ਚੰਗੀ ਦਹੀਂ ਵਿਚਾਰੀ ਭਾਗਾਂ ਵਾਲੀ, ਉਹ ਵੀ ਨਾਲ ਰੱਬ ਰੱਬ ਕਰਦੀ ਰਵੇ। ਇਹ ਨਾ ਚਾਰ ਸਾਧੂ ਆਉਣ ਤੇ ਉਹ ਕੋ ਗਾਲਾਂ ਕੱਢਣ ਲੱਗ ਪਿਆ ਵੀ ਇਹ ਕਿੱਥੋਂ ਵਿਹਲੜ ਲਿਆ ਵਾੜੇ ਘਰੇ, ਤੂੰ ਵੀ ਵਿਹਲਾ ਤੇ ਇਹ ਵੀ ਵਿਹਲੇ। ਇਹੋ ਜਿਹਾ ਕਿਤੇ ਸਿਲਸਿਲਾ ਚੱਲਦਾ ਰਵੇ ਚੰਗੀ। ਮੈਂ ਤਾਂ ਬੇਨਤੀ ਕੀਤੀ, ਕਹਿਣ ਲੱਗੇ ਸੱਧੂ ਸਿੱਖ ਸਾ ਭਾਰ ਜਾ। ਭਾਈ ਸੱਧੂ ਤੇ ਸਾਹ ਭਾਰ ਜਾ ਹੁੰਦਾ ਸਮੇਤ ਘਰ ਵਾਲੀ ਦੇ, ਵੀ ਦੋਨੇ ਜੀ ਪ੍ਰੇਮ ਕਰੇ ਮਨ ਮਾਹੇ। ਦੋਨੇ ਜੀ ਗੁਰੂ ਨਾਲ ਪ੍ਰੇਮ ਕਰਦੇ ਹਨ। ਸ਼੍ਰੀ ਅਰਜਨ ਸਭ ਜਾਣ ਕਰ ਪਹੁੰਚੇ ਤਿਸ ਘਰ ਮਾਹੇ। ਜਿੱਥੇ ਭਾਈ ਸੱਧੂ ਹਜੂਰ ਅੱਗੇ ਬੇਨਤੀਆਂ ਅਰਦਾਸਾਂ ਕਰਦਾ, ਘਰ ਵਾਲੀ ਵੀ ਉਹਨੇ ਪ੍ਰੇਮ ਪਿਆਰ ਨਾਲ ਭਿੱਜ ਕੇ ਬੇਨਤੀਆਂ ਕਰਦੀ। ਉਹਨੇ ਪਿਆਰ ਨਾਲ ਗੁਰੂ ਨੂੰ ਯਾਦ, ਪਰਮੇਸ਼ਰ ਦੀ ਬੰਦਗੀ, ਸਤਿਗੁਰੂ ਮਹਾਰਾਜ ਪਰਿਵਾਰ ਦਾ ਪਿਆਰ ਭਾਵ ਪ੍ਰੇਮ ਵੇਖ ਕੇ ਹਜੂਰ ਸ਼ਹੀਦ ਹੋਣ ਤੋਂ ਪਹਿਲਾਂ ਉਸ ਸੱਧੂ ਸਿੱਖ ਦੇ ਘਰੇ ਜਾ ਪਹੁੰਚੇ ਹਨ। ਚੌਪਾਈ ਫੇਰ ਆਨੰਦ ਰੂਪ ਗੁਰ ਕੇਰਾ। ਗਰੀਬ ਨਵਾਜ ਨੇ ਜਦੋਂ ਬੂਹਾ ਖੜਕਾਇਆ ਨਾ ਸਿੱਖਾਂ ਨੇ, ਪਤਾ ਨਹੀਂ ਕਿੰਨਾ ਹੀ ਪਿਆਰ ਹੋਵੇਗਾ ਨਾ। ਕਦੋਂ ਦੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਲੋਚ ਰੱਖ ਕੇ ਚੇਤਾ ਕਰਦੇ ਹੋਣਗੇ, ਜਿਹੜੇ ਸ਼ਾਮ ਸਵੇਰੇ ਮਹਾਰਾਜ ਅੱਗੇ ਅਰਦਾਸਾਂ ਕਰਦੇ ਨੇ, ਜਿਨ੍ਹਾਂ ਦੀ ਲਿਵ ਟੁੱਟਦੀ ਨਹੀਂ। ਹਰ ਜ਼ੁਬਾਨ 'ਚ, ਹਰ ਆਵਾਜ਼ 'ਚ, ਹਰ ਸਵਾਦ 'ਚ ਗੁਰੂ ਅਰਜਨ ਸਾਹਿਬ ਜੀ ਦਾ ਨਾਮ ਹੈ। ਗਰੀਬ ਨਵਾਜ ਨੂੰ ਹਰ ਸਾਹ ਨਾਲ ਚੇਤੇ ਕਰਨ ਵਾਲੇ, ਨੇਤਰਾਂ 'ਚ ਸਮਾਈ ਰੱਖਿਆ ਸਤਿਗੁਰੂ ਨੂੰ। ਹਜ਼ੂਰ ਨੇ ਜਦੋਂ ਦਰਵਾਜ਼ਾ ਖੜਖੜਾਇਆ ਹੋਣਾ ਤੇ ਦਰਵਾਜ਼ਾ ਖੋਲ੍ਹਿਆ ਹੋਣਾ ਹੈ। ਦੋਨਾਂ ਜੀਆਂ ਨੇ ਜਦੋਂ ਸਤਿਗੁਰੂ ਗਰੀਬ ਨਵਾਜ ਜੀ ਦੇ ਸੋਹਣੇ ਸੁੰਦਰ ਸਰੂਪ ਦੇ ਦਰਸ਼ਨ ਕੀਤੇ ਹਨ। ਬੰਧਨ ਕਰੀ ਚਰਨ ਤਿਸ ਬੇਰਾ। ਤੇ ਕਹਿਣ ਲੱਗੇ ਬਾਗੋ ਬਾਗ ਹੋਇਆ ਮਨ। ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਦੋਨਾਂ ਜੀਆਂ ਨੇ ਸੀਸ ਰੱਖਿਆ। ਘਟ ਘਟ ਕੇ ਨਿਤ ਅੰਤਰ ਜਾਮੀ। ਅੱਖਾਂ 'ਚ ਪਾਣੀ ਹੋਏਗਾ ਗਰੀਬ ਸਿੱਖਾਂ ਦੀਆਂ। ਸੱਚੇ ਪਾਤਸ਼ਾਹ ਕਿੱਡੀ ਬਖਸ਼ਿਸ਼ ਕੀਤੀ ਹੈ ਤੁਸੀਂ। ਗਰੀਬਾਂ ਨੂੰ ਨਿਵਾਜਣ ਵਾਲਿਓ, ਗਰੀਬ ਨਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਤੇਰਾ। ਗਰੀਬਾਂ ਨੂੰ ਨਿਵਾਜਣ ਵਾਲੇ ਹੋ ਦਾਤਾ ਜੀ, ਮੈਨੂੰ ਗਰੀਬ ਨੂੰ ਨਿਵਾਜਣ ਵਾਸਤੇ ਆਏ ਹੋ। ਚਰਨਾਂ ਤੇ ਸਿਰ ਰੱਖਿਆ ਹੋਣਾ ਹੈ। ਅੱਖਾਂ ਦੇ ਪਾਣੀ ਦੇ ਨਾਲ ਮੇਰੇ ਗੁਰੂ ਦੇ ਚਰਨ ਧੋ ਦਿੱਤੇ ਹੋਣਗੇ ਗੁਰਸਿੱਖਾਂ ਨੇ। ਪਿਆਰ ਦੇ ਹੰਝੂ ਨਿਕਲੇ ਹੋਣਗੇ। ਤੇ ਹਜੂਰ ਮਹਾਰਾਜ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਘਟ ਘਟ ਕੇ ਨਿਤ ਅੰਤਰ ਜਾਮੇ। ਦਤਾਰ ਜੀਓ ਅਬ ਸਦਾ ਹਰ ਇੱਕ ਹਿਰਦੇ ਦੀ ਭਾਵਨਾ ਨੂੰ ਜਾਣਨ ਹਾਰੇ ਹੋ। ਦਾਸ ਕਾਮਨਾ ਪੁਰਬ ਹੋ ਸੁਆਮੀ। ਮਹਾਰਾਜ ਜੀ ਆਪ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮਹਾਰਾਜ ਘਟਾਂ ਦੀਆਂ ਜਾਣਨ ਵਾਲੇ, ਦਿਨਾਂ ਦੀਆਂ ਜਾਣਨ ਵਾਲੇ, ਮੇਰੇ ਗਰੀਬ ਅਨਾਥ ਯਤੀਮ ਦੀਆਂ ਬੇਨਤੀਆਂ ਨੂੰ ਸੁਣਦਿਆਂ ਹੋਇਆਂ, ਮੇਰੀ ਭਾਵਨਾ ਨੂੰ ਪੂਰੀਆਂ ਕਰਦਿਆਂ ਹੋਇਆਂ ਦਤਾਰ ਜੀਓ ਆਪ ਜੀ ਮੈਨੂੰ ਦਰਸ਼ਨ ਦੇਣ ਵਾਸਤੇ। ਧਨੀ ਸਿੱਖ ਧਰਮਸ਼ਾਲਾ ਸ਼ੋਰ। ਮਹਾਰਾਜ ਮੇਰੇ ਗਰੀਬ ਦੇ ਘਰ ਆਏ ਹੋ। ਧਨੀ ਸਿੱਖ ਧਰਮਸ਼ਾਲਾ ਸ਼ੋਰ। ਲਾਹੌਰ 'ਚ ਬੜੇ ਧਨੀ ਰਹਿੰਦੇ ਨੇ। ਦਤਾਰ ਕਿੱਡੀ ਮਿਹਰ ਕੀਤੀ, ਧਨੀਆਂ ਘਰੇ ਨਹੀਂ ਤੁਸੀਂ ਗਏ ਹੋ। ਧਰਮਸ਼ਾਲਾ ਬੜੀਆਂ ਵੱਡੀਆਂ ਨੇ ਦਤਾਰ ਜੀਓ, ਤੁਸੀਂ ਉੱਥੇ ਨਹੀਂ ਗਏ ਹੋ। ਬਸ ਮੇਰੇ ਗਰੀਬ ਘਰੇ ਆਏ ਹੋ। ਪਹਿਲਾਂ ਕਹਿ ਆਏ ਨਾ ਦਤਾਰ ਜੀ, ਤੁਸੀਂ ਜਾਤ ਪਾਤ ਊਚ ਨੀਚ ਮਾਇਆ ਤਨ ਦੌਲਤ ਨਹੀਂ ਵੇਂਦੇ ਨਾ, ਤੁਸੀਂ ਤੇ ਕੇਵਲ ਭਾਵਨਾ ਵੇਂਦੇ ਹੋ, ਕੁਝ ਨਹੀਂ ਵੇਖਦੇ।
ਇਸ ਕਰਕੇ ਮਹਾਰਾਜ ਧਨੀ ਲੋਕ ਦੇ ਧਰਮਸ਼ਾਲਾ ਨੂੰ ਛੱਡ ਕੇ ਪੁਰ ਕੀ ਲਖ ਆਏ ਮੁਰ ਮੋਰ। ਤੇ ਮਹਾਰਾਜ ਮੇਰੇ ਹਿਰਦੇ ਦੀਆਂ ਬੇਨਤੀਆਂ ਸੁਣ ਕੇ ਮੇਰੇ ਵੱਲ ਆਏ ਹੋ। ਦੀਨ ਬੰਦ ਯਾਹੀ ਤੇ ਕਹੈ। ਇਸੇ ਕਰਕੇ ਮਹਾਰਾਜ ਤੁਹਾਨੂੰ ਦੀਨ ਬੰਦ ਹੁੰਦਾ ਰਿਸ਼ਤੇਦਾਰ, ਦੀਨਾ ਬੰਧੂ ਕਹਿੰਦੇ ਨੇ। ਇਸੇ ਕਰਕੇ ਗਰੀਬਾਂ ਦਾ ਬਾਪ ਤੁਹਾਨੂੰ ਕਹਿੰਦੇ ਹਨ। ਤੁਸੀਂ ਅਮੀਰਾਂ ਤੇ ਵੱਡੀਆਂ ਧਰਮਸ਼ਾਲਾ ਨੂੰ ਛੱਡ ਕੇ ਗਰੀਬ ਦੇ ਘਰੇ ਚਰਨ ਪਾਏ ਨੇ, ਇਸੇ ਲਈ ਤੁਹਾਡਾ ਨਾਂ ਦੀਨਾ ਬੰਧੂ ਹੈ ਜੀ। ਪ੍ਰੇਮ ਬਸੀ ਤੁਮ ਕੋ ਸਭ ਲਹੈ। ਇਸੇ ਕਰਕੇ ਤੁਹਾਨੂੰ ਕਹਿੰਦੇ ਨੇ ਉਹਦੇ ਨਾਲ ਪ੍ਰੇਮ ਕਰੋ। ਦੁਨੀਆ ਦੇ ਲੋਕ ਮਾਇਆ ਵੇਖ ਕੇ ਝੁਕਦੇ ਨੇ, ਦੁਨੀਆ ਦੇ ਲੋਕ ਤੁਹਾਡਾ ਘਰ ਵੇਖ ਕੇ ਝੁਕਦੇ ਨੇ, ਰੱਬ ਦਿਲ ਵੇਖ ਕੇ ਝੁਕਦਾ, ਫਰਕ ਇੰਨਾ ਹੀ ਹੈ। ਅਸੀਂ ਕਿਸੇ ਦਾ ਸੋਹਣਾ ਮਕਾਨ ਵੇਖ ਕੇ ਝੁਕਦੇ ਹਾਂ, ਮਾਇਆ ਵੇਖ ਕੇ ਉਹਦੇ ਅੱਗੇ ਝੁਕਦੇ ਹਾਂ। ਸਲਾਮਾਂ ਹੁੰਦੀਆਂ ਨੇ, ਪਰ ਦਤਾਰ ਜੀ ਤੁਸੀਂ ਸਿੱਖ ਦਾ ਹਿਰਦੇ ਦਾ ਪਿਆਰ ਵੇਖ ਕੇ ਝੁਕਦੇ। ਇਸ ਕਰਕੇ ਮਹਾਰਾਜ ਆਪ ਜੀ ਨੇ ਮੇਰੇ ਹਿਰਦੇ ਦਾ ਪ੍ਰੇਮ ਪਿਆਰ ਵੇਖਿਆ ਹੈ। ਹਾਥ ਜੋਰ ਬਹੁ ਉਸਤਤ ਕਰਕੇ। ਇਸ ਤਰ੍ਹਾਂ ਦੋਵੇਂ ਜੀ ਖੜੇ ਨੇ, ਬੇਨਤੀਆਂ ਕੀਤੀ ਜਾਂਦੇ ਨੇ। ਮਹਾਰਾਜ ਕਿੰਨੇ ਮਹਾਨ ਹੋ, ਛੱਡ ਆਇਓ ਮੀਰਾਂ ਨੂੰ, ਮੇਰੇ ਗਰੀਬ ਦੀਆਂ ਭਾਵਨਾ ਪੂਰੀਆਂ। ਹੱਥ ਜੁੜੇ ਨੇ, ਬੇਨਤੀ ਤੇ ਬੇਨਤੀ ਕੀਤੀ ਜਾਂਦੇ ਨੇ। ਦੋਨੇ ਜੀ ਸਾਹਮਣੇ ਮਹਾਰਾਜ ਜੀ ਵਡਿਆਈ ਕਰ ਰਹੇ ਹਨ। ਤਰੇ ਉਤਾਰੇ ਔਰ ਮੁੱਧ ਭਰ ਕੇ। ਕਹਿਣ ਲੱਗੇ ਦੋਨਾਂ ਜੀਆਂ ਨੇ ਸਤਿਗੁਰੂ ਜੀ ਨੂੰ ਘੋੜੀ ਤੋਂ ਉਤਾਰਿਆ ਤੇ ਚਰਨ ਸਤਿਗੁਰੂ ਦੇ ਆਪਣੇ ਹੱਥਾਂ ਤੇ ਲਾਏ ਨੇ। ਬੜੀ ਭਾਵਨਾ ਨਾਲ ਥੱਲੇ ਉਤਾਰਿਆ ਗਿਆ। ਲੈ ਕਰ ਗਇਓ ਸਦਨ ਕੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਕਮਰੇ ਦੇ ਵਿੱਚ ਭਾਈ ਸੱਧੂ ਜੀ ਲੈ ਕੇ ਗਏ। ਨੌਤਨ ਪਲੰਗ ਡਸਾਇਓ ਸੁੰਦਰ। ਗਰੀਬ ਤੇ ਹੈ ਪਰ ਦਿਲ ਬੜਾ ਵੱਡਾ ਹੈ। ਇਹ ਹਮੇਸ਼ਾ ਚੇਤੇ ਰੱਖਿਓ, ਗਰੀਬਾਂ ਦਾ ਦਿਲ ਵੱਡਾ ਹੁੰਦਾ ਜੇ। ਮੈਂ ਤੇ ਬਹੁਤ ਵੇਖਿਆ, ਵਿਚਰਦੇ ਹੀ ਰਹਿੰਦਾ ਨਾ ਆਪਾਂ ਬਹੁਤ। ਕਦੀ ਤੇ ਮੈਂ ਬੱਸਾਂ ਗੱਡੀਆਂ 'ਚ ਵੀ ਵੇਖਦਾ, ਮੰਗਣ ਆਉਂਦੇ ਨੇ ਨਾ, ਅਮੀਰ ਨਹੀਂ ਦਿੰਦੇ, ਗਰੀਬ ਜ਼ਰੂਰ ਦਿੰਦੇ ਨੇ। ਉਹਨਾਂ ਨੂੰ ਤਰਸ ਆਉਂਦਾ, ਕਿਉਂਕਿ ਗਰੀਬੀ ਉਹਨਾਂ ਦਾ ਹਿਰਦਾ ਪਤਲਾ ਕਰ ਦਿੰਦੀ ਹੈ। ਗਰੀਬੀ ਕਰਕੇ ਉਹ ਪਤਲਾ ਹੋ ਜਾਂਦਾ ਉਹਨਾਂ ਦਾ ਹਿਰਦਾ। ਅਮੀਰਤਾ ਨੂੰ ਪੱਥਰ ਬਣਾ ਦਿੰਦੀ। ਬਹੁਤ ਅਮੀਰ ਘਰਾਂ ਦੇ ਬਾਪ ਤੇ ਮਾਂ ਪਿਓ ਉਹ ਬਿਰਧ ਆਸ਼ਰਮਾਂ 'ਚ ਰਹਿੰਦੇ ਨੇ, ਕਦੀ ਵੇਖ ਲਿਓ ਜਾ ਕੇ, ਕਿਉਂਕਿ ਉੱਥੇ ਪੱਥਰ ਦਿਲ, ਕਿਸੇ ਦੀ ਕੋਈ ਤੜਫ ਨਹੀਂ ਰੱਖਦਾ। ਇੱਕ ਤੜਫ ਰਹਿੰਦੀ ਹੈ ਤੇ ਪੈਸੇ ਦੀ ਰਹਿੰਦੀ ਹੈ, ਬਸ, ਹੋਰ ਕੁਝ ਵੀ ਨਹੀਂ। ਇਹ ਜਿਹੜੇ ਬਿਰਧ ਆਸ਼ਰਮ ਨੇ ਗਰੀਬਾਂ ਦੇ ਥੋੜਾ ਨੇ, ਇਹ ਬਿਰਧ ਆਸ਼ਰਮ 'ਚ ਅਮੀਰਾਂ ਦੇ ਨੇ। ਗਰੀਬਾਂ ਨੂੰ ਤੇ ਵਿਚਾਰਿਆਂ ਨੂੰ ਰੋਟੀ ਮਿਲਦੀ ਹੈ। ਗਰੀਬ ਬੱਚਾ ਤੇ ਰੋਟੀ ਦਿੰਦਾ ਹੈ ਵੀ ਮੇਰਾ ਮਾਂ ਪਿਓ ਹੈ। ਕੋਈ ਪਰਵਾਹ ਨਹੀਂ, ਨਾ ਰੱਬ ਦੀ ਤੇ ਨਾ ਮਾਂ ਪਿਓ ਦੀ, ਅਮੀਰ ਨਹੀਂ ਕਰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਕਰ ਰਹੇ ਨੇ। ਤਾਂ ਬੇਨਤੀ ਕੀਤੀ, ਗਰੀਬ ਤੇ ਹੈ ਪਰ ਹਿਰਦਾ ਬੜਾ ਮਹਾਨ ਹੈ। ਨਵਾਂ ਪਲੰਗ ਮਹਾਰਾਜ ਵਾਸਤੇ ਲਿਆ ਕੇ ਰੱਖਿਆ ਸੀ ਸੱਚੇ ਪਾਤਸ਼ਾਹ। ਇਸ ਪਲੰਗ ਤੇ ਤੁਹਾਡੇ ਚਰਨ ਪੈਣੇ ਨੇ। ਨਵੇਂ ਪਲੰਗ ਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਉੱਥੇ ਵਿਸ਼ਰਾਮ ਕੀਤਾ। ਆਸਤਰਨ ਤੇ ਉਪਰ ਛਾਏ। ਸੋਹਣੀਆਂ ਚਾਦਰਾਂ ਉਹਨੇ ਆਪਣੀ ਵਿੱਤ ਮੁਤਾਬਕ ਉੱਤੇ ਵਿਛਾਈਆਂ ਹਨ। ਕਰ ਬਿਨਤੀ ਸਤਿਗੁਰੂ ਬਿਠਾਏ। ਸੋਹਣੀਆਂ ਚਾਦਰਾਂ ਉੱਤੇ ਵਿਛਾਈਆਂ ਨੇ। ਬੜੀਆਂ ਭਾਵਨਾ, ਸ਼ਰਧਾ, ਪਿਆਰ ਨਾਲ ਬੇਨਤੀਆਂ ਕਰਕੇ ਦਤਾਰ ਜੀ ਨੂੰ ਉਸ ਨਵੇਂ ਪਲੰਗ ਤੇ ਬਿਠਾਇਆ। ਜਥਾ ਸ਼ਕਤ ਕਰ ਅਪਰ ਫਰਸ਼ ਕੋ। ਕਹਿਣ ਲੱਗੇ ਗੁਰਸਿੱਖਾਂ ਵਾਸਤੇ ਵੀ ਜਿਵੇਂ ਯੋਗ ਬਣਿਆ ਉਸ ਤਰ੍ਹਾਂ ਵਿਛਾਈ ਕੀਤੀ ਗਈ। ਸਿੱਖ ਬਿਠਾਏ ਧਾਰ ਹਰਸ਼ ਕੋ। ਕਹਿਣ ਲੱਗੇ ਸਿੱਖਾਂ ਨੂੰ ਵੀ ਖੁਸ਼ੀ ਦੇ ਨਾਲ ਉਸ ਵਿਛਾਈ ਤੇ ਬਿਠਾਇਆ ਗਿਆ। ਔਰ ਸਰਬ ਸੇਵਾ ਕਰ ਨੀਕੇ। ਕਹਿਣ ਲੱਗੇ ਹੋਰ ਖਾਣ ਪੀਣ ਪ੍ਰਸ਼ਾਦੇ ਭੋਜਨ ਦੀ ਵੀ ਸੇਵਾ ਭਾਈ ਸੱਧੂ ਨੇ ਬੜੀ ਭਾਵਨਾ ਨਾਲ ਕੀਤੀ। ਚਰਨ ਪਖਾਰਤ ਭਾ ਸਭ ਹੀ ਕੇ। ਕਹਿਣ ਲੱਗੇ ਸਾਰਿਆਂ ਦੇ ਚਰਨ ਧੋਤੇ ਨੇ। ਇਹ ਪਹਿਲੀ ਮਰਿਆਦਾ ਸੀ ਜੀ, ਵੀ ਗੁਰਸਿੱਖਾਂ ਦੇ ਹੱਥ ਪੈਰ ਚਰਨ ਧਵਾਉਣੇ। ਮੈਂ ਵੀ ਧਵਾਉਂਦਾ ਰਿਹਾ ਹੱਥ ਤੇ। ਨਿਹੰਗ ਸਿੰਘ ਫੌਜਾਂ ਆਉਂਦੀਆਂ ਰਹੀਆਂ ਆਪਣੇ ਘਰਾਂ 'ਚ, ਬਾਬਾ ਹਰਨਾਮ ਸਿੰਘ ਨੇ ਅੱਜ ਨੇ। ਇਹ ਪਹਿਲਾ ਹੀ ਜ਼ਮਾਨਾ ਸੀ ਵੀ ਉਦੋਂ ਗੁਰਸਿੱਖਾਂ ਦੀ ਬਹੁਤ ਸੇਵਾ ਕਰਨੀ, ਰੱਜ ਕੇ ਸਾਰਿਆਂ ਨੇ ਭਾਵਨਾ ਨਾਲ, ਵੀ ਸਾਡੇ ਘਰੇ ਅੱਜ ਗੁਰਸਿੱਖਾਂ ਦਾ ਲੰਗਰ ਹੈ। ਸਾਰੇ ਪਰਿਵਾਰ ਨੇ ਭਾਵਨਾ ਨਾਲ ਸੇਵਾ ਕਰਨੀ, ਬੱਚਿਆਂ ਸਮੇਤ। ਅੱਜ ਤੇ ਸਾਰਾ ਹੀ ਕੁਝ ਰੈਡੀਮੇਡ ਹੈ, ਵੀ ਥਾਲੀਆਂ ਵੀ ਰੈਡੀਮੇਡ, ਰੋਟੀਆਂ ਵੀ ਰੈਡੀਮੇਡ, ਬਣਾਉਣ ਪਕਾਉਣ ਵਾਲੇ ਵੀ ਰੈਡੀਮੇਡ। ਇਹ ਵਿਚਾਰੇ ਸਾਰਾ ਟੱਬਰ ਤਿਆਰ ਹੋ ਕੇ ਬਾਹਰ ਮੂੰਹ ਵਿਖਾਉਣ ਨੂੰ ਖੜ ਜਾਂਦਾ ਵੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਬਸ ਇਹ ਮਾਇਆ ਸਤਿ ਸ੍ਰੀ ਅਕਾਲ ਹੀ ਬੁਲਾਉਂਦੀ ਆ, ਹੋਰ ਨਹੀਂ ਕੁਝ ਹੈਗਾ।
ਇਸ ਕਰਕੇ ਬੜੀ ਭਾਵਨਾ ਦੇ ਨਾਲ ਗੁਰਸਿੱਖਾਂ ਦੇ ਚਰਨ ਧੋਤੇ ਹਨ ਜੀ। ਸ੍ਰੀ ਸਤਿਗੁਰ ਕੇ ਚਰਨ ਪਖਾਰੇ। ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਵੀ ਚਰਨ ਧੋਤੇ ਗਏ। ਉਦੋਂ ਤੇ ਰੀਤ ਹੀ ਸੀਗੀ ਚਰਨ ਧੋਈ ਰਹਿਰਾਸ ਕਰ ਚਰਨਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਉਦੋਂ ਤੇ ਚਰਨ ਧੋ ਕੇ ਹੀ ਅੰਮ੍ਰਿਤ ਦੀ ਦਾਤ ਮਿਲਦੀ ਸੀ। ਭਾਈ ਸੱਧੂ ਜੀ ਨੇ ਧਰਮ ਸੁਪਤਨੀ ਨੇ ਜਿੱਥੇ ਗੁਰਸਿੱਖਾਂ ਦੇ ਚਰਨ ਧੋਤੇ ਨੇ ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਵੀ ਚਰਨ ਧੋਤੇ ਹਨ ਜੀ। ਚਰਨਾ ਅੰਮ੍ਰਿਤ ਕੁਟੰਬ ਮੁਖ ਡਾਰੇ। ਤੇ ਭਾਈ ਸੱਧੂ ਨੇ ਬੱਚਿਆਂ ਨੂੰ ਸੱਦ ਕੇ ਪਤਨੀ ਨੂੰ ਸੱਦ ਕੇ ਚਰਨਾ ਅੰਮ੍ਰਿਤ ਕੁਟੰਬ ਮੁਖ ਡਾਰੇ। ਉਸ ਚਰਨਾ ਅੰਮ੍ਰਿਤ ਨੂੰ ਕੁਟੰਬ ਹੁੰਦਾ ਬੱਚੇ ਪਰਿਵਾਰ ਸਾਰਿਆਂ ਦੇ ਮੁਖ 'ਚ ਅੰਮ੍ਰਿਤ ਪਾਇਆ ਸਤਿਗੁਰੂ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ। ਸਰਬ ਸਦਨ ਮਹਿ ਸ਼ਿਰਕਨ ਕੀਨਸ। ਫਿਰ ਉਹ ਅੰਮ੍ਰਿਤ ਲੈ ਕੇ ਸਾਰੇ ਘਰ ਵਿੱਚ ਛਿੜਕਿਆ। ਇਹ ਵੀ ਸਾਡੇ ਘਰ ਵਿੱਚ ਸੀ। ਸਾਡਿਆਂ ਬਜ਼ੁਰਗਾਂ ਵਡੇਰਿਆਂ ਨੇ ਗੁਰੂ ਰਾਮਦਾਸ ਜੀ ਦੇ ਜਲ ਹਰੇਕ ਘਰੇ ਹੁੰਦਾ ਸੀ। ਹਰੇਕ ਘਰੇ ਵੀ ਜਦੋਂ ਕੋਈ ਲੱਗਣਾ ਨਾ ਵੀ ਘਰ ਵਿੱਚ ਕੋਈ ਵਾਧ ਘਾਟ ਤੇ ਵਡੇਰੀ ਮਾਂ ਦਾਦੀ ਨੇ ਚੁੱਕਣਾ ਫਿਰ ਜਲ ਪਿਆਉਣਾ ਬੱਚਿਆਂ ਨੂੰ ਫਿਰ ਛਿੜਕਣਾ ਸਾਰੇ ਪਾਸੇ। ਅੱਜ ਅਸੀਂ ਮਾਡਰਨ ਹਾਂ। ਅੱਜ ਸਾਨੂੰ ਪਰਵਾਹ ਨਹੀਂ। ਇਹ ਬਾਹਮਣਵਾਦ ਬਣ ਕੇ ਰਹਿ ਗਿਆ। ਇਹ ਬਾਹਮਣਵਾਦ ਮੂੰਹ ਸਿਰ ਮੁੰਨ ਕੇ ਚੰਗੀ ਤਰ੍ਹਾਂ ਰਹੋ। ਇਹ ਸਿੱਖੀ ਰਹਿ ਗਈ। ਸਿੱਖੀ ਸੰਵਿਧਾਨ ਸਾਰੇ ਘਰੋਂ ਕੱਢ ਦਿਓ। ਇਹ ਹੈ ਜੀ ਸਿਆਣਾ ਸਿੱਖ। ਨਾ ਬੀਬੀ ਦੇ ਸਿੱਖੀ ਦੇ ਨਾ ਬੰਦੇ ਦੇ ਸਿੱਖੀ। ਇਹ ਆਈ ਸਿਆਣਾ। ਤੇ ਜਿਹੜਾ ਗੁਰੂ ਦੀ ਮਰਿਆਦਾ ਰੱਖੇ ਜੀ ਬਾਹਮਣਵਾਦ ਭਲੇ ਹੀ ਹੋ ਜਾਏ। ਇਹ ਸਾਰਾ ਕੁਝ ਹੀ ਬਾਹਮਣਵਾਦ ਹੈ। ਮਾਡਰਨ ਹੀ ਸਿੱਖ ਹੈ। ਉਹ ਅਸੀਂ ਅੱਜ ਵੀ ਗੁਰਸਿੱਖਾਂ ਘਰੇ ਹੈ। ਇਹਦੀ ਗੱਲ ਗੁਰੂ ਨਾਲ ਪਿਆਰ ਕਰਨ ਵਾਲੇ ਰੱਖਦੇ ਨੇ ਸਾਰੇ। ਸੋ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਅੰਮ੍ਰਿਤ ਨੂੰ ਪਰਿਵਾਰ ਨੂੰ ਪਿਲਾਇਆ ਤੇ ਛਿੜਕਾ ਸਾਰੇ ਘਰ ਵਿੱਚ। ਭਇਓ ਨਿਹਾਲ ਅਦਕ ਫਲ ਲੀਨਸ। ਕਹਿਣ ਲੱਗੇ ਨਿਹਾਲ ਹੋਇਆ ਅੰਮ੍ਰਿਤ ਛਕ ਕੇ ਭਾਈ ਸੱਧੂ ਬਹੁਤ ਫਲ ਪ੍ਰਾਪਤ ਹੋਇਆ ਵੀ ਅੰਮ੍ਰਿਤ ਮਿਲਿਆ ਹੈ। ਸਭ ਬਿਦ ਕੀ ਸੁਚਤਾ ਤਬ ਕਰੀ। ਕਹਿਣ ਲੱਗੇ ਸਭ ਬਿਦ ਕੀ ਸੁਚਤਾ ਤਬ ਕਰੀ। ਹੁਣ ਸੁਚਤਾ ਤੇ ਰਹਿ ਨਹੀਂ ਨਾ ਗਈ ਵੀ ਜੇ ਸੁਚਤਾ ਕਰੋ ਤੇ ਕਹਿੰਦੇ ਜੀ ਬਾਹਮਣਵਾਦ। ਇਹ ਵੀ ਬਿਮਾਰੀ ਪੈ ਗਈ ਵੀ ਜੇ ਕੋਈ ਹੱਥ ਧੋ ਲਵੇ 2 ਵਾਰੀ ਬਾਹਮਣਵਾਦ। ਇੰਡੀਆ 'ਚ ਫੈਲਿਆ ਸੀ ਸਵਾਈਨ ਫਲੂ ਤੇ ਉਦੋਂ ਦਰਬਾਰ ਸਾਹਿਬ ਤੇ ਦਮਦਮਾ ਸਾਹਿਬ 2 ਮੈਂ ਥਾਵਾਂ ਤੇ ਦਰਸ਼ਨ ਕੀਤੇ। ਉੱਥੇ ਲਿਖਿਆ ਸੀ ਇਹਨਾਂ ਨੇ ਦਰਬਾਰ ਸਾਹਿਬ ਜਿੱਥੇ ਆਪਾਂ ਚਰਨ ਗੰਗਾ ਦੇ ਪੈਰ ਧੋਨੇ ਆ ਨਾ ਤੇ ਟੂਟੀਆਂ ਲੱਗੀਆਂ ਹੁੰਦੀਆਂ ਨੇ। ਉੱਥੇ ਲਿਖਿਆ ਸੀ ਵੀ ਹੱਥ ਧੋ ਕੇ ਅੰਦਰ ਜਾਣਾ ਹੈ ਤੇ ਜਦੋਂ ਅੰਦਰੋਂ ਬਾਹਰ ਆਉਣਾ ਪ੍ਰਸ਼ਾਦ ਲੈ ਕੇ ਫਿਰ ਹੱਥ ਧੋਣੇ ਨੇ ਕਿਤੇ ਸਵਾਈਨ ਫਲੂ ਨਾ ਹੋ ਜਾਏ। ਵਾਰੀ ਵਾਰੀ ਹੱਥ ਧੋਵੋ ਕਿਸੇ ਨਾਲ ਹੱਥ ਨਾ ਮਿਲਾਓ। ਇਹ ਮੈਂ ਪੜ੍ਹਿਆ ਉੱਥੇ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਵੀ ਹੱਥ ਧੋ ਕੇ ਦੇਗ ਲਵੋ। ਦੇਗ ਲੈ ਕੇ ਹੱਥ ਧੋਵੋ ਤੇ ਕਿਸੇ ਨੂੰ ਹੱਥ ਨਾ ਮਿਲਾਓ। ਸਵਾਈਨ ਫਲੂ ਦਾ ਡਰ ਹੈ ਤੇ 18 ਵਾਰੀ ਹੱਥ ਧੋਤੇ ਜਾ ਸਕਦੇ ਨੇ ਤੇ ਗੁਰੂ ਦਾ ਡਰ ਕੋਈ ਨਹੀਂ। ਕਦੇ ਝੂਠ ਖਾ ਲਓ ਜੀ ਸਾਰੇ ਇਕੱਠੇ ਹੀ ਹੁੰਨੇ ਆਪਾਂ। ਲੈ ਉਹ ਇੱਥੇ ਵੀ ਸਵਾਈਨ ਫਲੂ ਫੈਲਦੀ ਜੇ ਜਦੋਂ ਗੁਰਮਤਿ ਦੇ ਮਾਰਗ ਤੇ ਚੱਲੋਗੇ। ਬੜਾ ਬਰੀਕੀ ਦਾ ਮਾਰਗ ਹੈ ਪਰ ਚੱਲਣ ਤੇ ਪਤਾ ਲੱਗਦਾ ਹੈ ਉਹ ਨਹੀਂ ਲੱਗਦਾ। ਮਹਾਰਾਜ ਸਾਹਿਬ ਜੀ ਨੂੰ ਰੱਖ ਕੇ ਕਹਿਣ ਲੱਗੇ ਵਿਸ਼ੇਸ਼ ਕਰਕੇ ਸੁਚਤਾ ਦਾ ਬਹੁਤ ਖਿਆਲ ਰੱਖਿਆ ਗਿਆ। ਲੇਪਣ ਆਦ ਰਸੋਈ ਧਰੀ। ਆ ਵੇਖ ਲਓ ਇਹ ਸਾਡੀਆਂ ਮਾਈਆਂ ਕਰਦੀਆਂ ਹੁੰਦੀਆਂ ਸੀ। ਜਦੋਂ ਘਰੇ ਗੁਰੂ ਮਹਾਰਾਜ ਨੇ ਆਉਣਾ ਤੇ ਸਭ ਤੋਂ ਪਹਿਲਾਂ ਸਾਰੇ ਘਰ ਦੇ ਵਿੱਚ ਲੇਪਨ ਮਾਈਆਂ ਕਰਦੀਆਂ ਸੀ। ਕੱਚੇ ਘਰ ਹੁੰਦੇ ਸੀ ਨਾ। ਲੇਪਨ ਕਰਨਾ ਬੂਹੇ ਬਾਰੀਆਂ ਸਾਫ਼ ਕਰਨੀਆਂ ਚਾਦਰਾਂ ਲਾਉਣੀਆਂ। ਸਤਿਗੁਰੂ ਜੀ ਦਾ ਸੱਚੇ ਪਾਤਸ਼ਾਹ ਦਾ ਸਰੂਪ ਆ ਰਿਹਾ ਕਰੇ। ਫਿਰ ਚੁੱਲ੍ਹੇ ਚੌਂਕੇ ਨੂੰ ਸਾਫ਼ ਕਰਨਾ ਉਹਦੇ ਤੇ ਲੇਪਨ ਕਰਨਾ ਵੀ ਇੱਥੇ ਗੁਰੂ ਕੀ ਦੇਗ ਬਣਨੀ ਹੈ। ਇਹ ਮਾਈਆਂ ਸਾਡੀਆਂ ਕਰਦੀਆਂ ਸੀ। ਮਾਈਆਂ ਨੇ ਆਪ ਬਹਿ ਜਾਣਾ ਵੀ ਨਾ ਇਹ ਚੁੱਲ੍ਹੇ ਤੇ ਚਾਹ ਨਹੀਂ ਬਣਾਉਣੀ ਇੱਥੇ ਗੁਰੂ ਕੀ ਦੇਗ ਬਣਨੀ। ਇਹਨਾਂ ਭਾਂਡਿਆਂ 'ਚ ਚਾਹ ਨਹੀਂ ਬਣਾਉਣੀ ਇਹਨਾਂ ਭਾਂਡਿਆਂ 'ਚ ਗੁਰੂ ਕੀ ਦੇਗ ਬਣਨੀ। ਤੇ ਅੱਜ ਇਹਨੂੰ ਬਾਹਮਣਵਾਦੀ ਕਿਹਾ ਜਾ ਰਿਹਾ ਵੀ ਚਾਹ ਹੀ ਪਿਆ ਦਿਓ ਹੁਣ ਗੁਰੂ ਨੂੰ। ਜਿਵੇਂ ਨਿਹੰਗ ਬੱਕਰਾ ਛਕਾਈ ਜਾਂਦੇ ਨੇ ਕੋਈ ਸੁੱਖਾ ਪਿਆਈ ਜਾਂਦਾ ਆਪਾਂ ਚਾਹ ਹੀ ਪਿਆਈ ਚੱਲੀਏ। ਵੀ ਕਿਹੜਾ ਗੁਰੂ ਬੋਲਣ ਲੱਗਾ। ਉਹਨਾਂ ਦਾ ਬੱਕਰਾ ਖਾ ਕੇ ਨਹੀਂ ਬੋਲਦਾ ਗੁਰੂ। ਕਿਸੇ ਦਾ ਸੁੱਖਾ ਪੀ ਕੇ ਨਹੀਂ ਬੋਲਦਾ। ਸਾਡੀ ਚਾਹ ਪੀ ਕੇ ਬੋਲ ਜਾਏਗਾ। ਕਿੰਨੀ ਭਾਵਨਾ ਸੀ ਵੀ ਮਹਾਰਾਜ ਵਾਸਤੇ ਸੁੱਚੀਆਂ ਰਜਾਈਆਂ ਬਿਸਤਰੇ ਸੁੱਚੇ ਭਾਂਡੇ ਨਵੇਂ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭੋਜਨ ਬਣਨਾ। ਦੇਗ ਬਣਨੀ ਦਤਾਰ ਵਾਸਤੇ ਮਹਾਰਾਜ ਨੇ ਘਰੇ ਹੋਣਾ। ਇਹੀ ਕੁਝ ਕਵੀ ਜੀ ਕਹਿ ਰਹੇ ਨੇ
ਮਹਾਰਾਜ ਦੀ ਸੁਚਤਾ ਰੱਖੀ ਗਈ। ਲੇਪਨ ਆਦ ਰਸੋਈ ਧਰੀ, ਰਸੋਈ ਤੋਂ ਲੈ ਕੇ ਸਭਨਾ ਥਾਵਾਂ ਤੇ ਕਹਿਣ ਲੱਗੇ ਸੁੱਚਾ ਜਿਹੜਾ ਮਿੱਟੀ ਦਾ ਲੇਪਨ ਕੀਤਾ ਗਿਆ। ਭੋਜਨ ਕਰਨ ਹਾਰ ਇਸ਼ਨਾਨੇ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭੋਜਨ ਤੋਂ ਲੈ ਕੇ ਇਸ਼ਨਾਨ ਤੱਕ ਸਾਰੀ ਬੜੀ ਭਾਵਨਾ ਤੇ ਸੁਚਮਤਾ ਰੱਖੀ। ਇਸੇ ਕਰਕੇ ਕਹਿੰਦੇ ਨੇ ਇਤਿਹਾਸ ਨੂੰ ਸਾੜ ਦਿਓ ਵੀ ਅਸੀਂ ਝੂਠੇ ਹਾਂ, ਵੀ ਅਸੀਂ ਸਭ ਕੁਝ ਛਕਣ ਛਕਾਉਣ ਵਾਲੇ, ਇੱਥੇ ਆ ਕੇ ਪੰਗਾ ਪੈਂਦਾ। ਸਾੜ ਦਿਓ ਨੂੰ ਦਿਕਾਨੂੰ ਗੁਰੂ ਕੀ ਸਿੱਖਿਆ ਲੈਣੀ ਆ। ਅਸੀਂ ਤੇ ਬਣੇ ਗਿਆਨੀ ਇਸ ਲਈ ਆ ਵੀ ਗੁਰੂ ਕੀ ਸਿੱਖਿਆ ਤੋੜਨ ਵਾਸਤੇ। ਸੋ ਇਸ ਤਰ੍ਹਾਂ ਕਾ ਕਹਿਣ ਲੱਗੇ ਭਾਈ ਸੱਧੂ ਜੀ ਸਾਰੀ ਭਾਵਨਾ ਨਾਲ ਸੁਚਮਤਾ ਰੱਖਦੇ ਹਨ ਜੀ। ਸੁਚ ਸੋ ਨੀਰ ਭਇਓ, ਸੁਚ ਸੋ ਨੀਰ ਨਯੋ ਭਰ ਆਨੇ। ਵੇਖ ਲੋ ਕਹਿੰਦੇ ਨੇ ਸੁਚਮਤਾ ਦੇ ਨਾਲ ਨਵਾਂ ਨੀਰ, ਸੁਚ ਸੋ ਨੀਰ ਨਯੋ ਭਰ ਆਨੇ। ਮਹਾਰਾਜ ਆਏ ਨੇ ਸਾਰਾ ਪਾਣੀ ਡੋਲ ਕੇ ਨਵਾਂ ਪਾਣੀ ਭਰ ਕੇ ਲਿਆਂਦਾ ਵੀ ਸੱਚੇ ਪਾਤਸ਼ਾਹ ਜੀ ਨੇ ਜਲ ਵਰਤਣਾ, ਇਸ਼ਨਾਨ ਪਾਨ ਖਾਣ ਪਾਨ ਕਰਨਾ, ਸਾਰਾ ਪਾਣੀ ਡੋਲ ਕੇ। ਇਹ ਮਰਿਆਦਾ ਅੱਜ ਦੀ ਨਹੀਂ ਗੀ ਜਿਹੜੀ ਆਪਾਂ ਰੱਖਦੇ ਆ, ਇਹ ਪੁਰਾਣੀ ਮਰਿਆਦਾ ਏ। ਅਸੀਂ ਮਾਡਰਨ ਆ, ਹੋਰ ਗੱਲ ਕੋਈ ਨਹੀਂ। ਇਹ ਪੱਗ ਪੁਰਾਣੀ ਏ, ਅਹੀਂ ਲਾਤੀ ਕਿਉਂਕਿ ਅਹੀਂ ਮਾਡਰਨ ਆ। ਇਹ ਦਾੜਾ ਕੇਸ ਪੁਰਾਣਾ ਏ, ਇਹ ਨਵਾਂ ਨਹੀਂ ਆਇਆ, ਅਹੀਂ ਲਾਤਾ ਤੇ ਮਾਡਰਨ ਆ ਨਾ। ਇਹ ਪੁਰਾਣਾ ਸਭ ਕੁਝ, ਸਿੱਖੀ ਸਿਧਾਂਤ ਸਾਰੇ ਪੁਰਾਣੇ ਨੇ, ਅਹੀਂ ਮਾਡਰਨ ਆ ਤੇ ਸਾਨੂੰ ਵੀ ਅੱਜ ਔਖਾ ਲੱਗਦਾ ਵੀ ਨਾ। ਇਸ ਕਰਕੇ ਇਹ ਸ਼ੁੱਧਤਾ ਔਰ ਪਵਿੱਤਰਤਾ, ਸੁਚਮਤਾ ਬ੍ਰਾਹਮਣਵਾਦ ਨਹੀਂ, ਸੁਚਮਤਾ ਹੈ। ਬ੍ਰਾਹਮਣਵਾਦ ਪਤਾ ਕੀ ਏ? ਉਹ ਬ੍ਰਾਹਮਣ ਜਦੋਂ ਕੋਈ ਖਾਣਾ ਬਣਾਵੇ ਤੇ ਸ਼ੂਦਰ ਕੋਲੋਂ ਲੰਘ ਜਾਏ ਤੇ ਸਾਰਾ ਕੋਈ ਡੋਲ ਦਿੰਦੇ ਨੇ, ਲੀਕ ਮਾਰ ਕੇ ਬਣਾਉਂਦੇ ਨੇ। ਉਹ ਬੀਬੀ ਦੇ ਹੱਥ ਤੋਂ ਭੋਜਨ ਨਹੀਂ ਖਾਂਦੇ, ਆਪ ਰੋਟੀ ਬਣਾਉਂਦੇ ਨੇ। ਆ ਖੱਬਾ ਹੱਥ ਕਦੀ ਵੀ ਉਹ ਕਹਿਣ ਉਹ ਵਰਤਦੇ ਨਹੀਂ, ਇੱਕ ਹੱਥ ਨਾਲ ਰੋਟੀ ਖਾਂਦੇ ਨੇ। ਉਹ ਬ੍ਰਾਹਮਣਵਾਦ ਵੀ ਸ਼ੂਦਰ ਦਾ ਪਰਛਾਵਾਂ ਪੈ ਜਾ ਤੇ ਸਾਰਾ ਕੁਝ ਹੀ ਭ੍ਰਿਸ਼ਟਿਆ ਗਿਆ। ਅਮੀਰ ਦੇ ਘਰੋਂ ਮਿੱਟੀ ਖਾਣੀ ਪੈ ਜਾ ਤੇ ਖਾ ਲੈਂਦੇ ਨੇ। ਫਿਰ ਆਪ ਰੋਟੀਆਂ ਬਣਾਉਣੀਆਂ ਨੇ, ਲੱਕੜਾਂ ਧੋ ਕੇ ਚੁੱਲ੍ਹਾ 4 ਫੁੱਟ ਥੱਲੋਂ ਮਿੱਟੀ ਕੱਢ ਕੇ ਬਣਾਉਣਾ। ਉਹ ਬ੍ਰਾਹਮਣਵਾਦ ਕਹੋ, ਇਹ ਨਹੀਂ। ਇਹ ਤੇ ਸਾਰਿਆਂ ਲਈ ਹੈ ਭਾਈ। ਵੀ ਘਰੇ ਵੀ ਤੁਸੀਂ ਜਦੋਂ ਪ੍ਰਸ਼ਾਦਾ ਬਣਾਉਣਾ ਗੁਰੂ ਨਾਨਕ ਦੀ ਰਸੋਈ ਰੱਖ ਕੇ ਕੋਸ਼ਿਸ਼ ਕਰੋ ਬੜੀ ਭਾਵਨਾ ਨਾਲ ਘਰੇ ਵੀ ਪ੍ਰਸ਼ਾਦਾ ਬਣਾਓ ਤੇ ਬਾਣੀ ਪੜ੍ਹ ਕੇ ਬਣਾਓ, ਸ਼ੁੱਧਤਾ ਨਾਲ ਬਣਾਓ। ਹੋ ਸਕਦਾ ਜੋੜੇ ਲਾ ਕੇ ਬਣਾਓ, ਹੈ ਨਾ, ਵਾਹਿਗੁਰੂ ਵਾਹਿਗੁਰੂ ਕਰਦਿਆਂ ਬਣਾਓ। ਤੁਹਾਡੇ ਬੱਚੇ ਇਸ ਅੰਮ੍ਰਿਤ ਨੂੰ ਛਕ ਸਕਣ, ਇਹ ਪਰਿਵਾਰ ਨੇ ਛਕਣਾ, ਇਹ ਅੰਮ੍ਰਿਤ ਬਣ ਸਕੇ। ਕੋਈ ਮਾੜੀ ਗੱਲ ਇਹਦੇ 'ਚ? ਵਧੀਆ। ਕਹਿਣ ਲੱਗੇ ਸੁਚਤਾ ਦੇ ਨਾਲ ਪਾਣੀ ਵੀ ਨਵਾਂ ਭਰ ਕੇ ਭਾਈ ਸਾਹਿਬ ਨੇ ਲਿਆਂਦਾ ਹੈ। ਬਾਸਨ ਸਕਲ ਮਾਂਜ ਕਰ ਬ੍ਰਿੰਦ। 5-7 ਮਿੰਟ ਹੋਰ ਆਪਾਂ ਲਾ ਦਿਆਂਗੇ, ਫਿਰ ਆਪਾਂ ਸਮਾਪਤੀ ਕਰਾਂਗੇ। ਲੱਤਾਂ ਜੇ ਥੱਕਦੀਆਂ ਨੇ, ਮੈਂ ਵੀ ਥੱਕ ਜਾਣਾ, ਕੋਈ ਗੱਲ ਨਹੀਂ, ਸਿੱਧੀਆਂ ਪੁੱਠੀਆਂ ਕਰ ਲਓ। ਜਿਵੇਂ ਤੁਹਾਨੂੰ ਯੋਗ ਬੰਦਾ ਤੁਸੀਂ ਬੈਠ ਸਕਦੇ ਹੋ। ਹਾਂਜੀ ਪੜੋ। ਬਾਸਨ ਸਕਲ ਮਾਂਜ ਕਰ ਬ੍ਰਿੰਦ। ਹਾਂ, ਬਾਸਨ ਸਕਲ ਮਾਂਜ ਕਰ ਬ੍ਰਿੰਦ। ਸਾਰੇ ਭਾਂਡੇ ਮਾਂਜੇ ਜਿਵੇਂ ਆਪਾਂ ਮਾਂਜਨੇ ਆ ਨਾ, ਸਾਰੇ ਭਾਂਡੇ। ਹੁਣ ਨਵੀਂ ਮਰਿਆਦਾ ਹੈ, ਇਹਦੇ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਹੈ ਨਾ। ਪਾਣੀ ਨਵਾਂ ਭਰਿਆ, ਪੋਚਾ ਸਾਰੀ ਰਸੋਈ ਚ ਲਾਇਆ, ਘਰ ਵਿੱਚ ਲਾਇਆ, ਸਾਰੇ ਭਾਂਡੇ ਭਾਈ ਸੱਧੂ ਨੇ ਸੁਚਮਤਾ ਵਾਸਤੇ ਮਾਂਜੇ ਹਨ ਜੀ। ਪਾਵਨਤਾ ਕਰ ਤਬੈ ਬਿਲੰਦ। ਕਹਿਣ ਲੱਗੇ ਬਹੁਤ ਪਵਿੱਤਰਤਾ ਦੇ ਨਾਲ। ਸੁੰਦਰ ਅੰਨ ਚੂਨ ਗੋ ਧੂਮ। ਕਹਿਣ ਲੱਗੇ ਸੋਹਣਾ ਆਟਾ ਜਿਹੜਾ ਕਣਕ ਦਾ ਸੀ ਬਣਾਇਆ ਹੈ। ਸਖਮ ਚਾਵਰ ਧਰ ਸੂਦ ਭੂਮ। ਕਹਿਣ ਲੱਗੇ ਆਟਾ ਵੀ ਬੜੇ ਭਾਵਨਾ ਨਾਲ ਪੀਸਿਆ, ਫਿਰ ਸੋਹਣੇ ਸੋਹਣੇ ਜਿਹੜੇ ਚਾਵਲ ਨੇ ਉਹ ਵੀ ਬਣਾਉਣ ਲੱਗਾ ਹੈ ਜੀ। ਪਹਿਤ ਬਣਾਈ ਡਾਲ ਮਸਾਲੇ। ਮਹਾਰਾਜ ਵਾਸਤੇ ਫਿਰ ਕਹਿਣ ਲੱਗੇ ਪ੍ਰਸ਼ਾਦਾ ਤਿਆਰ ਹੋਣ ਲੱਗਾ, ਚੌਲ ਬਣਾਏ ਨੇ। ਕਹਿਣ ਲੱਗੇ ਦਾਲ ਬਣਾਈਏ ਮਸਾਲੇ ਪਾ ਕੇ, ਵਧੀਆ ਦਾਲ ਜੀ। ਪਾਇਕ ਪਾਇਸ ਪਾਕ ਕੀਨ ਬਿਦ ਨਾਲੇ। ਤੇ ਨਾਲ ਹੀ ਖੀਰ ਬਣਾਈ ਤੇ ਦੇਸੀ ਘਿਓ ਵਿੱਚ ਪਾਇਆ ਹੈ ਜੀ। ਘ੍ਰਿਤ ਸੋ ਮੇਲ ਬਣਾਇਓ ਨੀਕੋ। ਕਵੀ ਜੀ ਕਹਿੰਦੇ ਨੇ ਕਿਤੇ ਦਾਲ ਵਧੀਆ ਤੜਕੇ ਵਾਲੀ, ਕਿਤੇ ਚੌਲ, ਕਿਤੇ ਖੀਰ, ਤੇ ਨਾਲ ਘ੍ਰਿਤ ਸੋ ਮੇਲ ਬਣਾਇਓ ਨੀਕੇ। ਤੇ ਉਸ ਦਾਲ ਵਿੱਚ ਘਿਓ ਪਾ ਕੇ ਸੋਹਣਾ ਬਣਾਇਆ। ਜਿਉ ਤੁਸੀਂ ਪੜ੍ਹਦੇ ਹੋ ਨਾ, ਰਸ ਅੰਮ੍ਰਿਤ ਖੀਰ ਕੇ ਹਾਲੇ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਵੇਲੇ ਮਾਤਾ ਖੀਵੀ ਜੀ ਸਾਰੀ ਦਿਹਾੜੀ ਲੰਗਰ 'ਚ ਹੀ ਰਹਿੰਦੇ ਸੀ। ਮੈਂ ਤੇ ਇਤਿਹਾਸ ਇੱਥੋਂ ਤੱਕ ਪੜ੍ਹਿਆ ਵੀ ਮਾਤਾ ਖੀਵੀ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਧਰਮ ਸਪਤਨੀ ਮਹਿਰ ਸਾਡੇ ਮਾਤਾ ਜੀ ਸਾਰੀ ਦਿਹਾੜੀ ਤੜਕੇ ਚਲਾ ਜਾਣਾ ਲੰਗਰ 'ਚ, ਰਾਤ ਹਨੇਰੇ ਪਏ ਹੋਣਾ।
ਗਰਮੀ ਕੀ ਸਿਆਲ ਕੀ ਮਾਤਾ ਖੀਵੀ ਨੇ ਉੱਥੇ ਬੋਰੀ ਵਿਛਾਈ ਹੁੰਦੀ ਸੀ। ਜਦੋਂ ਥੱਕ ਜਾਣਾ ਉੱਥੇ ਲੱਕ ਸਿੱਧਾ ਕਰ ਲੈਣਾ, ਫਿਰ ਸਾਰੀ ਦਿਹਾੜੀ ਲੰਗਰ ਵਰਤਾਉਣਾ। ਜੇ ਸਾਡੇ ਮਾਤਾ ਖੀਵੀ ਜੀ ਸਾਰੀ ਦਿਹਾੜੀ ਲੰਗਰ 'ਚ ਸੇਵਾ ਕਰ ਸਕਦੇ ਨੇ, ਸਾਨੂੰ ਲੋੜ ਨਹੀਂ। ਇਸੇ ਕਰਕੇ ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਸ਼ੌ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਪਿਆਲੀ। 10 ਗੁਰੂਆਂ ਵਿੱਚੋਂ ਇੱਕ ਹੀ ਮਾਤਾ ਦਾ ਨਾਂ ਹੈ ਗੁਰਬਾਣੀ ਵਿੱਚ, ਮਾਤਾ ਖੀਵੀ ਦਾ। ਬਹੁਤ ਸੇਵਾ 'ਚ ਤੇ ਖੀਰ ਜਦੋਂ ਬਣਨੀ ਤੇ ਉਹਦੇ ਵਿੱਚ ਬਕਾਇਦਾ ਇੱਕ ਕੜਛੀ ਉੱਤੋਂ ਘਿਓ ਪੈਣਾ। ਅੱਜ ਵੀ ਸ੍ਰੀ ਮਾਨ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਖੀਰ ਬਣਾਉਂਦੇ ਨੇ 12 ਵਜੇ, ਤੇ ਜਦੋਂ ਉਹ ਵਰਤਦੀ ਉਹਦੇ ਤੇ ਘਿਓ ਪਾਇਆ ਜਾਂਦਾ ਹੈ। ਇਹ ਖਾਣ ਪੀਣ ਦਾ ਤੇ ਅਸੀਂ ਬੜਾ ਸਾਂਭ ਕੇ ਰੱਖਿਆ। ਲੰਗਰ ਤੇ ਬੜੇ ਵਧਾਏ ਨੇ, ਬਾਣੀ ਘਟਾਤੀ ਵੀ ਲੰਗਰ 20 ਦਾ ਬੜਾ ਚੇਤੇ। ਮੈਂ ਕਈਆਂ ਨੂੰ ਵੇਖਣਾ ਹੁੰਦਾ ਵੀ ਲੰਗਰ ਨਹੀਂ ਭੁੱਲਿਆ, 20 ਦਾ ਲਾਇਆ ਸੀ। ਐਡਾ ਗੁਰੂ ਗ੍ਰੰਥ ਸਾਹਿਬ 10 ਗੁਰਾਂ ਦਿੱਤਾ, ਉਹ ਭੁੱਲ ਹੀ ਗਿਆ ਵੀ ਜਪਜੀ ਵੀ ਤੇ ਗੁਰੂ ਨਾਨਕ ਦੀ ਏ ਨਾ। ਨਹੀਂ ਲੰਗਰ 20 ਦਾ, ਅਨਪੜ੍ਹਾਂ ਨੂੰ ਵੀ ਪਤਾ ਲੈ ਸਾਡੇ ਬਾਬੇ ਨੇ 20 ਦਾ ਲੰਗਰ ਲਾਇਆ ਸੀ। ਉਹ ਤੇ ਬੜਾ ਮਸ਼ਹੂਰ ਏ। ਬਾਬੇ ਦੀ ਜਪਜੀ ਵਿਚਾਰੀ ਵਿੱਚੇ ਰਹਿ ਰੁਕ ਜਾਂਦੀ ਲੰਗਰ ਦੇ ਵਿੱਚ ਹੀ। ਕੋਈ ਗੁਰੂ ਕੀ ਬਾਣੀ ਨਹੀਂ, ਹਰ ਥਾਂ ਤੇ ਲੰਗਰ ਹੀ ਰਹਿ ਗਿਆ ਸਾਡੇ ਕੋਲ ਹੁਣ ਤਾਂ। ਚਲੋ ਖੈਰ, ਗੁਰੂ ਕਿਰਪਾ ਕਰੇ। ਹਾਂਜੀ ਪੜ੍ਹ ਦਿਓ ਫਿਰ। ਕਰ ਤਿਆਰੀ ਭੋਜਨ ਸਭ ਹੀ ਕੋ, ਕਹਿਣ ਲੱਗੇ ਸਾਰੀ ਭੋਜਨ ਦੀ ਤਿਆਰੀ ਕੀਤੀ ਹੈ ਜੀ। ਬਹੁ ਦੀਪਕ ਸਗਰੇ ਘਰ ਕਰੇ। ਕਵੀ ਜੀ ਕਹਿੰਦੇ ਨੇ ਇੰਨੀ ਖੁਸ਼ੀ ਹੈ ਜਿੱਥੇ ਮਹਾਰਾਜ ਜੀ ਬਰਾਜੇ ਨੇ ਨਾ, ਬੜੇ ਦੀਵੇ ਲਾਏ ਨੇ। ਜਿਵੇਂ ਆਪਾਂ ਲਾਈਟਾਂ ਲਾਉਣੇ ਆ ਨਾ, ਭਾਈ ਸੱਧੂ ਨੇ ਬਹੁਤੇ ਦੀਵੇ ਲਾਏ ਹਨ ਦੇਸੀ ਘਿਓ ਦੇ। ਕਿਉਂਕਿ ਨਹੀਂ ਡਸਾਈ ਤਰੇ। ਮਹਾਰਾਜ ਜੀ ਦੇ ਵਾਸਤੇ ਭੋਜਨ ਜਦੋਂ ਤਿਆਰ ਹੋਇਆ ਛਕਣ ਲਈ, ਨਵੀਂ ਚੌਂਕੀ ਜਿਹਨੂੰ ਆਪਾਂ ਕਹਿੰਦੇ ਆ ਪੀੜੀ ਸਤਿਗੁਰੂ ਵਾਸਤੇ ਵਿਛਾਈ ਗਈ, ਥੱਲੇ ਬਣਾਈ ਰੱਖੀ ਗਈ ਹੈ। ਹਾਥ ਜੋਰ ਆਗੇ ਹੋਏ ਖਰੋ। ਤੇ ਜਦੋਂ ਲੰਗਰ ਦੀ ਤਿਆਰੀ ਹੋਈ, ਮਹਾਰਾਜ ਵਾਸਤੇ ਆਸਨ ਥੱਲੇ ਲਾਇਆ ਗਿਆ ਤੇ ਹੱਥ ਜੋੜ ਕੇ ਖੜੇ ਹੋ ਕੇ ਭਾਈ ਸੱਧੂ ਨੇ ਬੇਨਤੀ ਕੀਤੀ, ਕਹਿਓ ਗੁਰੂ ਜੀ ਭੋਜਨ ਕਰੋ। ਤੇ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਭੋਜਨ ਕਰੋ। ਕਿ ਦਰ ਪ੍ਰਵਾਨ ਕਰਨਾ। ਦਰ ਪ੍ਰਵਾਨ ਕੱਪੜੇ ਹੁੰਦੇ ਨੇ ਵੀ ਤੁਹਾਡਾ ਜੀ ਕਰੇ ਪਾ ਲਿਓ, ਤੁਹਾਡਾ ਜੀ ਕਰੇ ਸਵਾ ਲਿਓ, ਨਹੀਂ ਤਾਂ ਗਾਂਹ ਦੇ ਦਿਓ। ਵੀ ਆਹ ਕੱਪੜਾ ਲਿਆਂਦਾ ਮਹਾਰਾਜ ਪ੍ਰਵਾਨ ਕਰੋ। ਕਈ ਵਾਰੀ ਆਪਾਂ ਕਿਸੇ ਨੂੰ ਭੇਟਾ ਦਿੰਦੇ ਆ, ਮਾਇਆ ਦਿੰਦੇ ਆ ਨਾ, ਕਥਾ ਬਾਬਾ ਜੀ ਇੰਨੀ ਕੀ ਪ੍ਰਵਾਨ ਕਰ ਲਓ ਹਨਾ, ਜਿੰਨੀ। ਭੋਜਨ ਪ੍ਰਵਾਨ ਨਹੀਂ ਹੁੰਦਾ। ਕਦੀ ਕਿਹਾ ਆਪਾਂ ਉਹਦੇ ਰਿਸ਼ਤੇਦਾਰ ਨੂੰ ਜੀ ਆ ਭੋਜਨ ਪ੍ਰਵਾਨ ਕਰ ਲਓ, ਆਪਾਂ ਕਹਿੰਦੇ ਛਕੋ ਲਾਓ ਭੋਗ ਜੀ ਪ੍ਰਸ਼ਾਦੇ ਨੂੰ। ਭੋਜਨ ਪ੍ਰਵਾਨ ਨਹੀਂ ਹੁੰਦਾ। ਕੱਪੜਾ ਲੀੜਾ ਤੇ ਮਾਇਆ ਪ੍ਰਵਾਨ ਹੁੰਦੀ ਵੀ ਇੰਨੀ ਕੁ ਰੱਖ ਲਓ, ਕੋਈ ਗੱਲ ਨਹੀਂ। ਵੀ ਕੱਪੜੇ ਠੀਕ ਹੈ ਤੁਹਾਡੇ ਕੋਲ ਬਹੁਤ ਨੇ, ਚਲ ਮੇਰੇ ਵੀ ਪ੍ਰਵਾਨ ਕਰ ਲਓ, ਆਹ ਵੀ ਰੱਖ ਲਿਓ। ਜਿਵੇਂ ਆਪਾਂ ਬਾਬਿਆਂ ਨੂੰ ਕਈ ਵਾਰੀ ਦਿੰਦੇ ਰਹੀਦਾ ਨਾ ਮਹਾਂਪੁਰਖਾਂ ਨੂੰ, ਵੀ ਕੱਪੜੇ ਬਹੁਤ ਹੁੰਦੇ ਨੇ। ਤੇ ਕਈ ਵਾਰੀ ਸਾਧੂ ਕਹਿ ਦਿੰਦੇ ਨੇ ਵੀ ਕੱਪੜਿਆਂ ਦੇ ਘਾਟੇ ਨੇ, ਤੇ ਆਪਾਂ ਕਹਿੰਦਾ ਕੋਈ ਗੱਲ ਨਹੀਂ ਮਹਾਰਾਜ ਇਹ ਵੀ ਪ੍ਰਵਾਨ ਕਰ ਲਓ, ਜਿੱਥੇ ਦੂਜੇ ਪੈਣੇ ਵੀ ਪੈ ਰਹਿਣਗੇ। ਇਸ ਤਰ੍ਹਾਂ ਹੀ ਕਹੀਦਾ ਨਾ। ਭੋਜਨ ਪ੍ਰਵਾਨ ਨਹੀਂ ਹੁੰਦਾ। ਭੋਜਨ ਤੇ ਜਦੋਂ ਵੀ ਆਪਾਂ ਮਿੱਤਰਾਂ 'ਚ ਰਿਸ਼ਤੇਦਾਰਾਂ 'ਚ ਕਿਤੇ ਵੀ ਬਹਿਨੇ ਤੇ ਆਪਾਂ ਕਹਿੰਦੇ ਲਓ ਜੀ ਛਕੋ ਲਾਓ ਭੋਗ। ਇਹ ਪ੍ਰਵਾਨ ਥੋੜਾ ਕਰਨਾ, ਇਹ ਤਾਂ ਛਕਣ ਵਾਲੀ ਚੀਜ਼ ਹੈ। ਪਰ ਸਾਡਿਆਂ ਨੇ ਹੁਣ ਲੰਗਰ ਵੀ ਗੁਰੂ ਨਾਨਕ ਦੇ ਦੇਗ ਨੂੰ ਵੀ ਪ੍ਰਵਾਨ ਕਿਹਾ ਵੀ ਜੀ ਕਰਦਾ ਛਕਲਾ, ਨਹੀਂ ਜੀ ਕਰਦਾ ਤਾਂ ਪਿਆ ਰਹਿਣ ਦੇ, ਅਸੀਂ ਛਕਾ ਕੇ ਖੁਸ਼ ਹੀ ਨਹੀਂ ਗਏ। ਨਹੀਂ, ਭੋਜਨ ਨੂੰ ਭੋਗ ਹੀ ਲੱਗਦਾ, ਭੋਜਨ ਛਕਿਆ ਹੀ ਜਾਂਦਾ। ਹਜੂਰ ਮਹਾਰਾਜ ਨੂੰ ਹੱਥ ਜੋੜ ਕੇ ਖੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਓ ਕਿਰਪਾ ਕਰਕੇ ਭੋਜਨ ਛਕਣਾ ਕਰੋ। ਸੁਨ ਤਾਂ ਉੱਠੇ ਲਖ ਪ੍ਰੇਮ ਕਨੇਰਾ। ਮਹਾਰਾਜ ਜੀ ਬਹੁਤਾ ਪਰੇ ਵੇਖਿਆ ਕਨੇਰਾ ਪਰੇ, ਮਹਾਰਾਜ ਨੂੰ ਥੋੜਾ ਭੁੱਖ ਲੱਗਦੀ। ਭਾਈ ਲਾਲੂ ਦੇ ਘਰੇ ਜਦੋਂ ਛਕਣ ਲੱਗੇ ਨਾ ਪ੍ਰਸ਼ਾਦਾ, ਹੁਣ ਭੁੱਖ ਵਾਹਵਾ ਦਿਨਾਂ ਦੀ, ਮਹਾਰਾਜ ਨੂੰ ਕਾਹਦੀ ਲੱਗਣੀ ਹੁੰਦੀ। ਤੈਨੂੰ ਬੇਨਤੀ ਕੀਤੀ ਹੈ ਨਾ, ਜਿਹੜਾ ਪ੍ਰਸ਼ਾਦਾ ਛਕੇਗਾ ਉਹਦੇ ਵਿੱਚ 5 ਵਿਕਾਰ ਹੋਣਗੇ। ਗੁਰੂ ਦਾ ਸਰੂਪ ਐਸਾ ਨਹੀਂ ਸੀ। ਭਾਈ ਮਰਦਾਨੇ ਨੂੰ ਭੁੱਖ ਲੱਗਦੀ ਸੀ ਮਹਾਰਾਜ ਦੀ ਕਿਰਪਾ ਨਾਲ, ਤੇ ਜਦੋਂ ਉੱਥੇ 5ਵੇਂ 7ਵੇਂ ਦਿਨ ਪਹੁੰਚੇ ਹੋਣਗੇ ਤੁਰ ਕੇ, ਭਾਈ ਲਾਲੋ ਦੇ ਕੋਲ ਤੇ ਰੋਟੀ ਖਾਣ ਨੂੰ ਭੁੱਖ ਤੇ ਲੱਗੀ ਸੀ ਭਾਈ ਮਰਦਾਨੇ ਨੂੰ। ਤੇ ਉਹ ਪ੍ਰਸ਼ਾਦਾ ਇਹ ਸੀ ਵੀ ਸਾਗ ਸੀ, ਤੇ ਸਾਗ ਦੀਆਂ ਗੰਦਲਾਂ ਇੱਕ ਪਾਸੇ, ਪੱਤੇ ਇੱਕ ਪਾਸੇ, ਮਿਰਚਾਂ ਇੱਕ ਪਾਸੇ, ਤੇ ਪਾਣੀ ਭੱਜਾ ਫਿਰੇ ਊਂ ਹੀ। ਤੇ ਰੋਟੀ ਵੀ ਕਹਿੰਦੇ ਕੋਧਰੇ ਦੀ ਸੀ। ਭਾਈ ਮਰਦਾਨਾ ਜੀ ਵੇਖ ਕੇ ਤੇ ਅੱਖਾਂ ਜੀਆਂ ਤਾਂ ਚੜ੍ਹਨ ਮੂੰਹ ਜਿਹਾ ਵੀ ਇਹ ਪ੍ਰੋਗਰਾਮ ਕੀ ਬਣ ਗਿਆ, ਵੀ ਮਹਾਂ ਤੇ ਲੰਗਰ ਮਿਲਿਆ, ਉਹ ਵੀ ਮਿਰਚਾਂ ਭੱਜੀਆਂ ਫਿਰਦੀਆਂ ਉੱਤੇ ਉੱਤੇ, ਕੱਚੇ ਪੱਤੇ ਤੇ ਕੱਚਾ ਸਾਗ। ਮਹਾਰਾਜ ਕਹਿੰਦੇ ਊਂ ਨਾ ਵੇਖ, ਇਹ ਨਾ ਵੇਖ ਵੀ ਇਹ ਬਣਿਆ ਕਿਵੇਂ ਆ। ਮਹਾਰਾਜ ਕਹਿੰਦੇ ਦੀ ਭਾਵਨਾ ਵੇਖ। ਉਹ ਛਕਦਾ ਨਹੀਂ, ਕਹਿੰਦੇ ਭਾਈ ਮਰਦਾਨਾ ਵੀ ਮਹਾਰਾਜ ਆ ਤਾਂ ਮਿਰਚਾਂ ਉੱਤੇ ਭੱਜੀਆਂ ਫਿਰਦੀਆਂ ਨੇ। ਮਹਾਰਾਜ ਕਹਿੰਦੇ ਇੱਕ ਗਰਾਈ ਤੇ ਲਾ ਲਾ।
ਕਹਿੰਦੇ ਨੇ ਭਾਈ ਮਰਦਾਨੇ ਨੇ ਜਦੋਂ ਇੱਕ ਗਰਾਹੀ ਤੋੜ ਕੇ ਮੂੰਹ 'ਚ ਪਾਈ, ਆਹ ਭਾਈ ਲਾਲੋ ਦੀ ਭਗਤੀ ਇੰਨੀ ਸੀ ਉਸ ਪ੍ਰਸ਼ਾਦੇ ਦੀ ਗਰਾਹੀ ਵਿੱਚ, ਪ੍ਰੇਮ ਹੀ ਇੰਨਾ ਸੀ ਉਸ ਗਰਾਹੀ ਵਿੱਚ। ਉਹ ਸਾਗ ਨਹੀਂ ਸੀ, ਉਹ ਪ੍ਰਸ਼ਾਦਾ ਨਹੀਂ ਸੀ, ਉਹ ਸਾਰੀ ਦਸਾਂ ਨੋਹਾਂ ਦੀ ਕਿਰਤ ਤੇ ਭਗਤੀ ਸੀ। ਖਾਂਦਿਆਂ ਨਾਲ ਅੱਖਾਂ ਮਿਟ ਗਈਆਂ ਭਾਈ ਮਰਦਾਨੇ ਦੀਆਂ, ਜੁੜ ਗਈਆਂ, ਬਿਰਤੀ ਜੁੜ ਗਈ ਪ੍ਰਸ਼ਾਦਾ ਛਕਦਿਆਂ ਨਾਲ ਹੀ। ਉੱਥੇ ਰੁਕ ਗਿਆ ਬਸ। ਮਹਾਰਾਜ ਨੇ ਫਿਰ ਗੋਡਾ ਨਾਲ ਹੱਥ ਮਾਰ ਕੇ ਕਿਹਾ, ਮਰਦਾਨਿਆ ਅੱਖਾਂ ਖੁੱਲੀਆਂ। ਮਹਾਰਾਜ ਕਹਿੰਦੇ ਛਕਣਾ ਕਿ ਚੁੱਕ ਲਈਏ, ਸਵਾਦ ਹੈ? ਮੈਂ ਮਹਾਰਾਜ ਇਹੋ ਜਿਹਾ ਕਦੀ ਮਿਲਿਆ ਹੀ ਨਹੀਂ ਗਾ, ਇਹ ਤੇ ਅੰਮ੍ਰਿਤ ਹੈ, ਭਾਵਨਾ ਪ੍ਰੇਮ ਹੈ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸੁਣ ਤੂਠੇ ਲਖ ਪ੍ਰੇਮ ਕਨੇਰਾ। ਉਸ ਪਿਆਰੇ ਗੁਰਸਿੱਖ ਭਾਈ ਸੱਧੂ ਦਾ ਕਨੇਰਾ ਪ੍ਰੇਮ, ਬਹੁਤਾ ਪ੍ਰੇਮ ਵੇਖ ਕੇ ਮਹਾਰਾਜ ਪਲੰਗੇ ਤੋਂ ਉੱਠੇ ਨੇ ਪ੍ਰਸ਼ਾਦਾ ਛਕਣ ਲਈ। ਚੌਂਕੀ ਪਰ ਬੈਠੇ ਤਿਸ ਬੇਰਾ। ਮਹਾਰਾਜ ਦਸਾ ਜਿਹੜੀ ਚੌਂਕੀ ਡਾਈ ਸੀ ਸੱਚੇ ਪਾਤਸ਼ਾਹ ਵਾਸਤੇ, ਉੱਥੇ ਆਪ ਰਾਜੇ ਹਨ ਜੀ। ਪ੍ਰਿਥਕ ਪ੍ਰਿਥਕ ਕਰ ਥਾਲ ਪਰੋਸਾ। ਲੱਗੇ ਗਰੀਬ ਨਵਾਜ ਸੱਚੇ ਪਾਤਸ਼ਾਹ ਅੱਗੇ ਰੱਖਿਆ ਤੇ ਗੁਰਸਿੱਖਾਂ ਅੱਗੇ ਵੀ ਥਾਲ ਕੱਲੇ ਇੱਕ ਲੱਗੇ ਰੱਖਿਆ ਗਿਆ। ਪੱਖ ਭੋਜ ਲੇਹਜ ਅਰ ਚੋਸਾ। ਕਹਿਣ ਲੱਗੇ ਜਿੰਦੇ ਵਿੱਚ ਵੰਨ ਸਵੰਨੇ ਭੋਜਨ ਸਨ, ਉਹਦੇ ਵਿੱਚ ਕਵੀ ਨੇ ਲਿਖਿਆ ਵੀ ਇੱਕ ਛਕਣ ਵਾਲੇ, ਇੱਕ ਚੂਸਣ ਵਾਲੇ, ਇੱਕ ਪੱਖ, ਇੱਕ ਭੋਜ, ਇੱਕ ਲਹਿਜ ਅਰ ਚੋਸਾ। ਕਹਿਣ ਲੱਗੇ ਇਹ ਛਕਣ ਵਾਲੇ, ਚੂਸਣ ਵਾਲੇ ਤੇ ਕਈ ਚਟਣ ਵਾਲੇ ਹੁੰਦੇ ਨੇ, ਕਈ ਤਲੇ ਹੋਏ। ਅੱਗੇ ਪੜੋ ਜੀ। ਤੁਰਸ਼ ਮਦਰ ਅਰ ਤਿਕਤ ਸਲਾਉਣ। ਤੇ ਕਈ ਬਹੁਤ ਕਰਾਰੇ ਤੇ ਕਈ ਮਿੱਠੇ ਤੇ ਕਈ ਨੂਣੇ ਤੇ ਮਿੱਠੇ ਜਿਹੜੇ ਨੇ, ਵੀ ਬਹੁਤ ਸੋਹਣੇ ਪ੍ਰਕਾਰ ਦਾ ਭੋਜਨ ਬਣਾਇਆ ਗੁਰੂ ਲਈ। ਮਾਂ ਦੀ ਦਾਲ ਨਹੀਂ ਰੱਖੀ ਨੇ ਢਿੱਡ ਪੀੜੀ ਹੁੰਦੀ ਰਵੇ ਵਿਛਾ ਕੋਲੋਂ। ਉਹ ਸਾਡੇ ਮਾਂ ਦੀ ਦਾਲ ਹੀ ਲੈ ਗਈ। ਇੱਥੇ ਵੀ ਮਾਂ ਦੀ ਦਾਲ ਮਗਰੋਂ ਨਹੀਂ ਲੈਂਦੀ, ਲੈ ਇੱਥੇ ਚੁੱਕੀ ਫਿਰਦੇ ਨੇ ਖੱਟੀ ਦਾਲ ਤੇ ਮਾਂ ਦੀ ਦਾਲ ਵੀ ਛੱਡ ਦਿਓ ਖਹਿੜਾ ਇਹਦਾ। ਕਹਿਣ ਲੱਗੇ ਵੰਨ ਸਵੰਨੇ ਭੋਜਨ ਆਪਾਂ ਅਗਲੀ ਵਾਰ ਵਿਚਾਰ ਕਰਾਂਗੇ, ਫਿਰ ਤੁਹਾਨੂੰ ਕੱਲਾ ਕੱਲਾ ਸੁਣਾਵਾਂਗੇ। ਇੱਥੇ ਸ਼ੁਰੂ ਕਰਾਂਗੇ। ਹਾਂਜੀ ਪੜ੍ਹ ਦਿਓ ਅੱਗੇ। ਆਗੇ ਧਰਿਓ ਗੁਰੂ ਕੇ ਤੌਣ। ਸਾਰੇ ਭੋਜਨ ਮਿੱਠੇ ਕਰਕਰੇ ਰਸ ਭਰੇ ਸਲੂਣੇ ਹਨਾ, ਸਾਰੇ ਗਰੀਬ ਨਵਾਜ ਅੱਗੇ ਧਰੇ ਨੇ। ਸਮਾਂ ਸੰਪੂਰਨ ਹੈ। ਭੁੱਲ ਚੁੱਕ ਦੀ ਮਾਫੀ ਬਖਸ਼ਿਸ਼ ਕਰਿਓ। ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਆਪ ਬਖਸ਼ਣ ਦੋ, ਮੇਰੇ ਸਤਿਗੁਰੂ ਜੀ ਬਖਸ਼ਿੰਦੇ ਨੇ, ਮਾਤਾ ਜੀ ਬਖਸ਼ਿੰਦੇ ਨੇ। ਸੁਤ ਅਪਰਾਧ ਕਰਤ ਹੈ ਜਿਤੇ ਜਰਨੀ ਚੀਤ ਨਾ ਰਾਖ। ਬਹੁਤ ਅਪਰਾਧੀ ਹਾਂ, ਬਹੁਤ ਭੁੱਲਾਂ ਕਰਨ ਵਾਲਾ, ਦਇਆ ਕਰਿਓ ਬਖਸ਼ ਲੈਣਾ। ਮਹਾਂਪੁਰਖ ਬਖਸ਼ਿੰਦੇ ਨੇ, ਸੰਗਤ ਬਖਸ਼ਿੰਦੇ, ਗੁਰੂ ਬਖਸ਼ਿੰਦੇ, ਮਾਂ ਬਖਸ਼ਿੰਦੇ। ਬਖਸ਼ ਲੈਣਾ ਜੋ ਕਹਿੰਦਾ ਹਾਂ ਕਮਾ ਸਕਾਂ। ਹਿਰਦੇ ਗੁਰੂ ਕਾ ਪਿਆਰ ਪ੍ਰੇਮ ਭਾਵਨਾ ਦੀ ਦਾਤ ਦਾਸ ਨੂੰ ਵੀ ਮਿਲੇ, ਆਪ ਜੀ ਨੂੰ ਵੀ ਮਿਲੇ। ਅਰਦਾਸ ਕਰਨੀ ਜੀ ਸੱਚੇ ਪਾਤਸ਼ਾਹ ਜੀ ਆਪਣੀ ਸ੍ਰੇਸ਼ਟ ਬੁੱਧੀ ਦੀ ਦਾਤ ਬਖਸ਼ਿਸ਼ ਕਰਨ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਤੁਰਸ਼ ਮਧੁਰ ਅਰ ਤਿਕਤ ਸਲਾਉਣ। ਆਗੇ ਧਰਿਓ ਗੁਰੂ ਕੇ ਤੌਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਰ ਬ੍ਰਹਮ ਅਬਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਪਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ। ਪਰੰਪਰਾ ਹਰ ਹਰੀ ਹੈ ਕੀ ਹੋਣ।